ਕੈਨੇਡਾ ਦੇ ਵਿੱਚ ਆਪਾਂ ਇਹਨੂੰ ਸਵਰਗ ਧਰਤੀ ਦਾ ਕਹਿੰਦੇ ਆ ਤੇ ਹੈ ਵੀ ਇਹ 'ਚ ਕੋਈ ਦੋ ਰਾਵਾਂ ਨਹੀਂ। ਸੋਸ਼ਲ ਇਵਲ ਬਣਦੇ ਕਿੱਦਾਂ ਜਦੋਂ ਗਰੀਬੀ ਹੁੰਦੀ ਆ ਜਾਂ ਅਨਜਸਟਿਸ ਨਹੀਂ ਹੁੰਦਾ, ਉੱਥੇ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਨਿਕਲਦੀਆਂ ਜਿੱਦਾਂ ਅਸੀਂ ਅੱਜ ਕੱਲ੍ਹ ਇੰਡੀਆ ਦੇ ਸੰਦਰਭ 'ਚ ਵੇਖੀਏ ਤੇ ਗੈਂਗਸਟਰ ਕਲਚਰ ਬਹੁਤ ਜ਼ਿਆਦਾ ਚੱਲ ਰਿਹਾ, ਰੋਬਰੀ, ਚੇਨ ਲਾ ਕੇ ਭੱਜ ਜਾਣਾ, ਲੁੱਟਾਂ ਖੋਹਾਂ, ਇੱਥੋਂ ਤੱਕ ਕਿ ਫਿਰ ਉਹ ਤੋਂ ਫਰਸਟ੍ਰੇਸ਼ਨ ਪੈਦਾ ਹੁੰਦੀ ਆ, ਫਿਰ ਨਸ਼ਿਆਂ ਤੁਰ ਪੈਂਦੇ ਆ। ਛੋਟੇ ਛੋਟੇ ਮੁੰਡਿਆਂ ਦਾ ਅੱਜ ਹੀ ਨਿਊਜ਼ ਸੀਗੀ, ਕੋਈ 18-20 ਬੱਚੇ ਜਿਹੜੇ ਉਹ ਫੜੇ ਆ ਜਿਨ੍ਹਾਂ ਨੇ ਫਾਰਮੇਸੀ ਦੇ ਵਿੱਚ ਲੁੱਟਾਂ ਕੀਤੀਆਂ ਨੇ ਤੇ ਜਿਨ੍ਹਾਂ ਨੇ ਕਾਰ ਜੈਕਿੰਗ ਕੀਤੀ ਹੈ। ਮਹਿੰਗੀ ਕਾਰ ਅੱਜ ਕੱਲ੍ਹ ਲੈਣੋਂ ਡਰਨ ਲੱਗੇ ਲੋਕ, ਬਿਹਾਰ ਵਾਲਾ ਕੰਮ ਬਣ ਗਿਆ। ਮੈਂ ਪੜ੍ਹਦਾ ਹੁੰਦਾ ਸੀ ਔਰੰਗਾਬਾਦ ਤੇ ਉੱਥੇ ਬਿਹਾਰ ਵਾਲੇ ਦੱਸਦੇ ਹੁੰਦੇ ਸੀ, ਕੋਈ ਡਾਕਟਰ ਦਾ ਮੁੰਡਾ ਸੀ, ਕੋਈ ਚੰਗੇ ਭਲੇ ਘਰਾਂ ਦੇ ਮੁੰਡੇ ਸੀ, ਕਹਿੰਦੇ ਅਸੀਂ ਉੱਥੇ ਬਿਹਾਰ 'ਚ ਨਵੀਂ ਕਾਰ ਨਹੀਂ ਖਰੀਦ ਸਕਦੇ, ਖਰੀਦਣ ਦੇ ਸਮਰੱਥ ਹੁੰਦੇ ਵੀ ਸੈਕੰਡ ਹੈਂਡ ਗੱਡੀ ਲਿਆਉਣੇ ਆ। ਗੱਡੀ ਇਹਦੇ ਘਰ ਅੱਗੇ ਖੜੀ ਨਹੀਂ ਹੁੰਦੀ ਤੇ ਰੰਗਦਾਰੀ ਵਾਲੇ ਆ ਜਾਂਦੇ ਆ, ਹਾਲਾਤ ਇਦਾਂ ਦੇ ਆ ਕੋਈ ਥਾਵਾਂ ਤੇ ਆਪਣੀ ਸੁਸਾਇਟੀ ਵੀ ਉਧਰ ਨਹੀਂ ਵੱਧ ਰਹੀ। ਉਦਾਂ ਤੇ ਸਾਰੀ ਦੁਨੀਆ ਦੇ ਉੱਤੇ ਇਸ ਵੇਲੇ ਕ੍ਰਾਈਸਿਸ ਆ ਇਕਨੋਮੀ ਦਾ, ਬਹੁਤ ਸਾਰੇ ਮੁਲਕਾਂ ਦੀ ਹਾਲਤ ਬਹੁਤ ਬਦਤਰ ਆ। ਆਪਾਂ ਫਿਰ ਵੀ ਵਾਕਈ ਸਵਰਗ 'ਚ ਬੈਠੇ ਹੋਏ ਆ ਕਿ ਉਹ ਹਾਲਤ ਨਹੀਂ। ਗਰੀਬੀ ਦਾ ਸਾਰੀ ਵਰਲਡ ਦਾ ਉਹਦੇ ਤੇ ਅਸੀਂ ਬਹੁਤ ਉੱਚੇ ਆ, ਇੰਨੀ ਵੀ ਮਾੜੀ ਹਾਲਤ ਨਹੀਂ ਹੈ। ਪਰ ਜੇ ਇਸ ਕੰਟਰੋਲ ਤਰੀਕੇ ਨਾਲ ਇਮੀਗ੍ਰੇਸ਼ਨ ਨਾ ਕੀਤੀ ਗਈ ਤੇ ਤੁਸੀਂ ਦੇਖਦੇ ਹੋ ਆਮ ਤੌਰ ਤੇ ਅਸੀਂ ਦੇਖਦੇ ਕਿ ਮੈਡੀਕਲ ਲਾਈਨ ਹੀ ਲੈ ਲਓ, ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਸਰਵਿਸਿਜ਼ ਜਦੋਂ ਦੇ ਆਪਾਂ ਆਏ, ਜਿਹੜੀਆਂ ਸਰਵਿਸਿਜ਼ ਸਾਨੂੰ ਮਿਲਦੀਆਂ ਸੀ, ਜਿੰਨੀ ਤੇਜ਼ੀ ਨਾਲ ਫਾਸਟ ਤਰੀਕੇ ਨਾਲ ਸਾਨੂੰ ਮਿਲਦੀਆਂ ਸੀ, ਇਸ ਵੇਲੇ ਜੇ ਅਸੀਂ ਹਸਪਤਾਲ ਦੇ ਵਿੱਚ ਚਲੇ ਜਾਂਦੇ ਤਾਂ ਹਸਪਤਾਲ ਦੇ ਵਿੱਚ 5-5 6-6 ਘੰਟੇ ਇੱਥੋਂ ਤੱਕ ਪੂਰਾ ਦਿਨ ਲੱਗਦਾ। ਕਈ ਲੋਕ ਉੱਠ ਕੇ ਆ ਜਾਂਦੇ ਵੀ ਇੱਥੇ ਹੁਣ ਕੀ ਕਰਨਾ, ਬੈਠੇ ਨਾ, ਕੋਈ ਸਟਾਫ ਨਹੀਂ ਹੈ। ਰਹਿ ਗਈ ਗੱਲ ਆਰਥਿਕਤਾ ਦੀ, ਤੁਸੀਂ ਇਦਾਂ ਅੰਦਾਜ਼ਾ ਲਾ ਲਓ ਕਿ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਇੱਕ ਗੋਭੀ ਦਾ ਫੁੱਲ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਸੀ 199 ਦਾ ਗੋਭੀ ਦਾ ਫੁੱਲ ਮਿਲਦਾ ਸੀ ਤੇ ਇਸ ਵੇਲੇ $5। ਪਰ ਮੇਰਾ ਸਵਾਲ ਹੈ ਕਿ ਕੀ $5 ਦਾ ਜਿਹੜਾ ਉਹ 4 ਗੁਣਾ ਵੱਧ ਗਏ ਪਹਿਲੇ ਨਾਲੋਂ, ਤਾਂ ਕੀ ਸਾਡੀਆਂ ਵੇਜਸ ਜਿਹੜੀਆਂ $15 ਮਿਨੀਮਮ ਸੀ ਉਹ $60 ਹੋਈਆਂ? ਨਹੀਂ ਹੋਈ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਏਡ ਹੈ, ਡਾਇਰੈਕਟ ਏਡ ਜਿੱਦਾਂ ਆਪਾਂ, ਉਹ ਅਮਰੀਕਾ ਦੇ ਉੱਤੇ ਅਸੀਂ ਕਿਤੇ ਨਾ ਕਿਤੇ ਡਿਪੈਂਡੈਂਟ ਹੈ? ਮੈਂ ਤਾਂ ਸਮਝਦਾ ਕਿ ਆਪਾਂ ਵਪਾਰ ਜ਼ਰੂਰ ਕਰਦੇ ਹਾਂ, ਭਾਵੇਂ ਜ਼ਿਆਦਾ ਵਪਾਰ ਅਮਰੀਕਾ ਦਾ ਸਾਡੇ ਵਾਲੇ ਪਾਸੇ ਨੂੰ ਆ, ਅਸੀਂ ਉੱਥੋਂ ਦਰਾਮਦ ਤੇ ਕਰਦੇ ਹਾਂ, ਬਰਾਮਦ ਬਹੁਤ ਘੱਟ ਕਰਦੇ ਹਾਂ। ਜਾਂ ਜਿਹੜੇ ਕੋਈ ਸਾਂਝੇ ਯੂਨਿਟ ਨੇ ਜਿਹਦੇ 'ਚ ਅਸੀਂ ਲੇਬਰ ਆਪਣੀ ਇਨਪੁਟ ਦਿੰਦੇ ਆ, ਜਾਂ ਵੇਅਰ ਹਾਊਸਿਸ ਦੇ ਵਿੱਚ ਡੱਬੇ ਡੁੱਬੇ ਇੱਧਰੋਂ ਉੱਧਰੋਂ ਬੰਦ ਕਰਕੇ ਵਾਪਸ ਫੇਰ ਅਮਰੀਕਾ ਭੇਜ ਦਿੰਦੇ ਆ। ਜਿਹੜੀ ਚੀਜ਼ ਨਹੀਂ ਵਿਕੀ ਵਾਪਸ ਆਈ, ਫਿਰ ਉੱਥੇ ਲੇਬਲ ਬਦਲਿਆ, ਫਿਰ ਉੱਥੇ ਚਲ ਗਿਆ। ਉਹਦੇ ਨਾਲ ਸਾਡੀ ਲੌਜਿਸਟਿਕ ਜਿਹੜੀ ਆ, ਸਾਡੀ ਲੌਜਿਸਟਿਕ ਚੇਨ ਆ, ਇਹਦਾ ਤੇ ਕਿਤੇ ਨਾ ਕਿਤੇ ਕੋਈ ਸਾਨੂੰ ਬੈਨੀਫਿਟ ਹੋ ਸਕਦਾ ਤੇ ਸਾਡੇ ਵਰਕਰਾਂ ਨੂੰ ਥੋੜਾ ਬਹੁਤਾ ਕੰਮ ਮਿਲਦਾ ਜ਼ਰੂਰ ਹੈ। ਪਰ ਤੁਹਾਨੂੰ ਕੀ ਲੱਗਦਾ ਕਿ ਕੋਈ ਅਮਰੀਕਾ ਸਾਨੂੰ ਡਾਇਰੈਕਟ ਏਡ ਉਦਾਂ ਵੀ ਦਿੰਦਾ ਜਿੱਦਾਂ ਬਾਕੀ ਮੁਲਕਾਂ ਨੂੰ ਦਿੰਦਾ, ਪਾਕਿਸਤਾਨ ਨੂੰ ਜਾਂ ਇੰਡੀਆ ਵੀ ਆਪਣੇ ਆਲੇ ਦੁਆਲੇ ਜਿਹੜੇ ਗਰੀਬ ਮੁਲਕ ਉਹਨਾਂ ਨੂੰ ਏਡ ਦਿੰਦਾ? ਜੇ ਆਪਾਂ ਦੇਖੀਏ ਜਿਹੜੀਆਂ ਮੈਚੁਰ ਡੈਮੋਕ੍ਰੇਸੀ ਨੇ ਵਰਲਡ ਦੀਆਂ, ਆਪਾਂ ਉਹਨਾਂ ਦੇ ਵਿੱਚ ਹੀ ਆਉਂਦੇ ਹਾਂ। ਚੰਗੀ ਡੈਮੋਕ੍ਰੇਸੀ ਗਿਣੀ ਜਾਂਦੀ ਹੈ ਜਿੱਥੇ ਬਹੁਤ ਧਾਂਦਲੀ ਨਹੀਂ ਹੁੰਦੀ, ਕੋਈ ਗੜਬੜ ਨਹੀਂ ਹੁੰਦੀ, ਬੜਾ ਫੇਅਰ ਸਭ ਕੁਝ ਚੱਲਦਾ ਨਜ਼ਰ ਆਉਂਦਾ। ਕਿਤੇ ਨਾ ਕਿਤੇ ਤਰੀਕੇ ਮਾੜਾ ਮੋਟਾ ਹੁੰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਉਹਦੇ ਵਿੱਚ ਹੁਣ ਲੋਕੀ ਕਹਿਣ ਲੱਗ ਪਏ ਕਿ ਨੋਮੀਨੇਸ਼ਨ ਵਗੈਰਾ 'ਚ ਥੋੜਾ ਬਹੁਤੀ ਗੜਬੜ ਹੁੰਦੀ ਆ। ਉਹਦੇ ਵਿੱਚ ਵੀ ਕੁਝ ਕਾਰਨ ਨੇ, ਕੁਝ ਫੈਕਟਰ ਨੇ, ਕੁਝ ਜਿਹੜੇ ਸਾਡੇ ਵਰਗੇ ਲੋਕ ਪਿੱਛੋਂ ਆਏ ਆਪਣੀ ਤਰ੍ਹਾਂ ਦੀ ਸੋਚ ਵੀ ਨਾਲ ਲੈ ਕੇ ਆਏ ਆ ਕਿ ਕਿੱਦਾਂ ਉੱਥੇ ਪਹੁੰਚਣਾ। ਉਹਨਾਂ ਦਾ ਟਾਰਗੇਟ ਇੱਕ ਉਸ ਚੇਅਰ ਨੂੰ ਫੜਨਾ ਹੁੰਦਾ, ਨਾ ਕਿ ਉਹਨਾਂ ਦਾ ਟਾਰਗੇਟ ਜਿਹੜਾ ਆ ਕੋਈ ਮਤਲਬ ਚੰਗੀ ਪੋਲਿਟਿਕਸ ਕਰਕੇ ਆਪਣੇ ਲੋਕਾਂ ਨੂੰ ਕੋਈ ਕੰਮ ਕਰਕੇ ਦੇਣਾ ਹੁੰਦਾ। ਜਾਂ ਤੇ ਉਹ ਆਪਣੀ ਜੌਬ ਸਿਕਿਉਰ ਕਰਨੀ ਹੁੰਦੀ ਹੈ, ਜਾਂ ਉਹ ਚੇਅਰ ਦੇ ਉੱਤੇ ਬਹਿ ਕੇ ਦੱਸਣਾ ਹੁੰਦਾ ਕਿ ਮੈਂ ਵੀ MPP ਆ। ਭਾਵ ਹੈ ਕਿ ਜਿਹੜਾ ਆਮ ਨਾਗਰਿਕ ਆ, ਆਪਣੇ ਵਰਗਾ ਸਿਟੀਜ਼ਨ ਆ, ਜਿਹੜਾ ਪੋਲਿਟਿਕਸ ਵੀ ਨਹੀਂ ਗਾ ਜਾਂ ਕਿਸੇ ਉਸ ਤਰ੍ਹਾਂ ਦੇ ਥਾਂ ਤੇ ਨਹੀਂ ਹੈ ਜਿੱਥੇ ਉਹ ਕੋਈ ਪਾਵਰਫੁਲ ਰੋਲ ਅਦਾ ਕਰ ਸਕਦਾ ਹੋਵੇ, ਸਵਾਏ ਉਹ ਆਪਣੇ ਕੰਮਕਾਰ ਤੇ ਆਪਣਾ ਟੱਬਰ ਪਾਲਦਾ ਆ ਤੇ ਨਾਲ ਦੀ ਨਾਲ ਉਹ ਇਸ ਸਿਸਟਮ ਦਾ ਹਿੱਸਾ ਜ਼ਰੂਰ ਆ ਵੋਟਰ ਦੇ ਤੌਰ ਤੇ। ਉਹਦੀਆਂ ਸਮੱਸਿਆਵਾਂ ਤੇ ਫਿਰ ਇਦਾਂ ਦੀਆਂ ਹੋਣਗੀਆਂ ਨਾ ਜਿਹੜੀਆਂ ਤੁਸੀਂ ਗਣਾਈਆਂ ਕਿ ਮੇਰੀ ਹੋ ਨਹੀਂ ਆਇਆ। ਉਹ ਜੇ ਸਿਸਟਮ ਦੇ ਵਿੱਚ ਕੋਈ ਲੂਪਹੋਲ ਨਾ ਹੋਣ, ਸਾਰਾ ਕੁਝ ਨਾਰਮਲ ਚੱਲਦਾ ਹੋਵੇ। ਆਪਾਂ ਦੇਖ ਰਹੇ ਹਾਂ ਨਾ ਪਿਛਲੇ ਸਮੇਂ ਤੋਂ, ਕਦੀ ਤੇ ਲੋਟਰੀ ਸਿਸਟਮ ਹੋ ਜਾਂਦਾ, ਕਦੀ ਇੱਕੋ ਦਿਨ ਹੀ ਕਹਿੰਦੇ ਵੀ ਅੱਜ ਤੁਸੀਂ ਜਿੰਨੇ ਅਪਲਾਈ ਕਰ ਸਕਦੇ ਹੋ ਕਰ ਲਓ, ਕਦੀ ਕਿਸ ਤਰ੍ਹਾਂ ਦਾ ਸਿਸਟਮ ਬਣ ਜਾਂਦਾ। ਯਾਨੀ ਕਿ ਸਟੇਬਿਲਿਟੀ ਤੇ ਉੱਥੇ ਵੀ ਕਿਤੇ ਨਹੀਂ ਨਾ। ਜਿਹੜੇ ਲਾ ਮੇਕਰ ਨੇ ਉਹਨਾਂ ਨੇ ਕੋਈ ਇਦਾਂ ਦਾ ਲਾ ਫਿਕਸ ਤੇ ਨਹੀਂ ਨਾ ਕੀਤੇ ਹੋਏ ਵੀ ਹਰ ਇੱਕ ਨੂੰ ਇਨਸਾਫ ਮਿਲੇਗਾ। ਸਾਡਾ ਕੈਨੇਡੀਅਨ ਸਿਸਟਮ ਹੈ, ਇਹ ਬੜਾ ਟਰਾਂਸਪੇਰੈਂਟ ਹੈ।
ਜਿੰਨੀਆਂ ਵੀ ਲੋਕ ਇੱਥੇ ਸਰਵਿਸਿਜ਼ ਦਿੰਦੇ ਨੇ, ਚਾਹੇ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਹੋਣ, ਚਾਹੇ ਫਾਈਨਾਂਸ ਦੀਆਂ ਹੋਣ, ਚਾਹੇ ਕੋਈ ਹੋਰ ਸਰਵਿਸਿਜ਼ ਹੋਣ, ਰੀਅਲ ਸਟੇਟ ਦੀਆਂ ਹੋਣ, ਉਹਨਾਂ ਦੀਆਂ ਰੈਗੂਲੇਟਰੀ ਬੋਡੀ ਤੇ ਹੈ ਨੇ ਜਿਹੜੀਆਂ ਕਾਫੀ ਐਕਟਿਵਲੀ ਵੀ ਕੰਮ ਕਰਦੀਆਂ ਨੇ। ਬਹੁਤ ਸਾਰੇ ਕੇਸਿਸ ਜਦੋਂ ਫੜੇ ਜਾਂਦੇ ਆ ਤੇ ਫਿਰ ਬੰਦੇ ਦਾ ਉਹ ਲਾਇਸੈਂਸ ਵਗੈਰਾ ਕਰਕੇ ਉਹਨੂੰ ਘਰ ਭੇਜਿਆ ਜਾਂਦਾ, ਐਡੀ ਗੱਲ ਵੀ ਨਹੀਂ ਹੈ, ਹੁੰਦਾ ਤੇ ਇਦਾਂ ਹੀ ਆ। ਪਰ ਇਹਦੇ ਵਿੱਚ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਫਿਰ ਵੀ ਨਿੱਕੀ ਕੋਈ ਨਾ ਕੋਈ ਇਕਾਈ ਤੇ ਕਿਤੇ ਨਾ ਕਿਤੇ ਰਹਿ ਹੀ ਜਾਂਦੀ ਆ। ਤੇ ਜਿਹੜੇ ਬੰਦੇ ਇਦਾਂ ਦੀ ਗੱਲ ਵੀ ਦੱਸਦੇ ਆ, ਜਿੱਦਾਂ ਤੁਸੀਂ ਕਿਹਾ ਜਿਹਨੂੰ ਲਿਮੀਆ ਸ਼ਬਦ ਵਰਤਦੇ ਆ ਇਮੀਗ੍ਰੇਸ਼ਨ ਵਾਲੇ, ਉਹਦੀ ਬੜੀ ਵੱਡੀ ਲੁੱਟ ਤੇ ਹੁੰਦੀ ਰਹੀ ਆ ਪਿਛਲੇ ਸਮੇਂ ਤੋਂ। ਪਰ ਮੈਨੂੰ ਲੱਗਦਾ ਹੈ ਕਿ ਜੇ ਸਟੂਡੈਂਟ ਆਪਣੀ ਪੜ੍ਹਾਈ ਪੂਰੀ ਕਰਕੇ 2 ਸਾਲ ਦਾ ਵਰਕ ਪਰਮਿਟ ਲੈ ਕੇ ਤਰੀਕੇ ਨਾਲ ਜਾਂਦਾ ਤੇ ਉੱਥੇ ਫਿਰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਕਿਤੇ ਨਾ ਕਿਤੇ ਕਮੀ ਗਲਤੀ ਆਪਣੇ ਉਹ ਬੱਚਿਆਂ ਦੀ ਵੀ ਰਹਿ ਜਾਂਦੀ ਆ ਕਿ ਉਹ ਉਹਨਾਂ ਚੀਜ਼ਾਂ ਨੂੰ ਕੁਆਲੀਫਾਈ ਨਹੀਂ ਕਰਦੇ, ਤਾਂ ਜਿਹੜੇ ਬਲੈਕਮੇਲਰ ਨੇ ਫਿਰ ਉਹਨਾਂ ਨੂੰ ਅੱਗੇ ਚੱਲ ਕੇ ਬਲੈਕਮੇਲ ਕਰਦੇ ਆ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਸੋਮਵਾਰ ਦੀ ਤਰ੍ਹਾਂ ਮੇਰੇ ਨਾਲ ਜੁੜ ਕੇ ਨੇ ਡਾਕਟਰ ਸੁਲੇਮਾਨ ਨਾਜ਼ਰੀ, ਟੋਰਾਂਟੋ ਸ਼ਹਿਰ ਦੇ ਜਾਣੇ ਪਛਾਣੇ ਵਿਦਵਾਨ। ਤੋਂ ਉਹਨਾਂ ਨਾਲ ਕੁਝ ਇੱਕ ਜਿਹੜੇ ਲੋਕਲ ਮਸਲੇ ਆ ਉਹਨਾਂ 'ਤੇ ਅੱਜ ਪਾਉਂਦੇ ਆ ਝਾਤ। ਸਾਰੇ ਆਪਣੇ ਦਰਸ਼ਕਾਂ ਦਾ ਕਰਦੇ ਆ ਸਵਾਗਤ, ਤੇ ਨਾਲ ਡਾਕਟਰ ਸਾਹਿਬ ਤੁਹਾਡਾ ਵੀ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਆਪ ਵੀ ਮਜ਼ਾ ਲੱਗਦਾ। ਹਾਂ ਡਾਕਟਰ ਸਾਹਿਬ, ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਕੀ ਕਹਿੰਦੇ ਹੁਣ ਦੋਨੋਂ ਤਰਫ ਹੈ ਚੋਟ ਬਰਾਬਰ ਲੱਗੀ ਹੋਈ, ਜੇ ਆਪਣੇ ਲੈਵਲ ਦਾ ਬੰਦਾ ਨਾ ਹੋਵੇ ਹਰਜੀਤ ਵਰਗਾ, ਤੇ ਫਿਰ ਮੈਨੂੰ ਵੀ ਮਜ਼ਾ ਨਹੀਂ ਆਉਂਦਾ। ਨਹੀਂ ਡਾਕਟਰ ਸਾਹਿਬ, ਤੁਹਾਡੇ ਕੋਲ ਸਿੱਖਦੇ ਆ ਜੀ, ਹਮੇਸ਼ਾ ਤੁਹਾਡੇ ਕੋਲ ਸਿੱਖਦੇ ਆ। ਔਰ ਚੱਠਾ ਸਾਹਿਬ ਕਹਿੰਦੇ ਹੁੰਦੇ ਗੁਰੂ ਜੀ ਕੋਲੋਂ ਹਮੇਸ਼ਾ ਸਿੱਖੀ ਦਾ, ਤੇ ਤੁਹਾਡੇ ਕੋਲ ਹਮੇਸ਼ਾ ਸਿੱਖਦੇ ਡਾਕਟਰ ਸਾਹਿਬ। ਤੇ ਸੋ ਆਪਾਂ ਗੱਲਬਾਤ ਡਾਕਟਰ ਸਾਹਿਬ ਅੱਜ ਕਰਨੀ ਆ ਕੈਨੇਡਾ ਦੇ ਵਿੱਚ। ਆਪਾਂ ਇਹਨੂੰ ਸਵਰਗ ਧਰਤੀ ਦਾ ਕਹਿੰਦੇ ਆ, ਤੇ ਹੈ ਵੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਜਿਹੜੇ ਹਾਲਾਤਾਂ 'ਚੋਂ ਲੋਕ ਲੰਘ ਰਹੇ ਆ, ਉੱਦਾਂ ਤੇ ਸਾਰੀ ਦੁਨੀਆ ਦੇ ਉੱਤੇ ਇਸ ਵੇਲੇ ਕ੍ਰਾਈਸਿਸ ਆ ਇਕੋਨਮੀ ਦਾ। ਬਹੁਤ ਸਾਰੇ ਮੁਲਕਾਂ ਦੀ ਹਾਲਤ ਬਹੁਤ ਬਦਤਰ ਆ। ਆਪਾਂ ਫਿਰ ਵੀ ਵਾਕਈ ਸਵਰਗ 'ਚ ਬੈਠੇ ਹੋਏ ਆ ਕਿ ਉਹ ਹਾਲਤ ਨਹੀਂ। ਪਰ ਫਿਰ ਵੀ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਜਿਹੜੀ ਆ, ਸਮਾਨਾਂ ਨੂੰ ਛੂਹੀ ਆ, ਖਾਸ ਕਰਕੇ ਗਰੋਸਰੀ ਦੀਆਂ ਕੀਮਤਾਂ, ਤੇ ਵੇਜਸ ਜਿਹੜੀ ਆ ਉਹ ਜ਼ਿਆਦਾ ਵਧੀ ਨਹੀਂ। ਜਿਹੜੇ ਬੰਦੇ ਮਿਨੀਮਮ ਵੇਜਸ 'ਤੇ ਕੰਮ ਕਰਨ ਵਾਲੇ ਆ, ਯਾਨੀ ਕਿ ਜਿਹੜੇ ਆਪਾਂ ਦੇਖਦੇ ਹਾਂ ਕਿ ਕੁਝ ਬਹੁਤ ਨਵੇਂ ਇਮੀਗ੍ਰੈਂਟ ਆਉਂਦੇ ਆ, ਜਾਂ ਕੁਝ ਇੱਕ ਲੋਕ ਜਿਹੜੇ ਘਰ ਚਲਾਉਣ ਲਈ ਵੇਅਰ ਹਾਊਸਸ ਵਗੈਰਾ ਦੀ ਜੌਬ ਕਰਦੇ ਆ, ਉਹ ਡੇਢ ਆਪਣਾ ਦਿਨ ਲਾ ਕੇ ਵੀ, ਯਾਨੀ ਕਿ ਓਵਰ ਟਾਈਮ ਲਾ ਕੇ ਵੀ ਜਿਹੜਾ ਉਹ ਘਰ ਦੇ ਖਰਚੇ ਜਿਹੜੇ ਆ ਉਹਨੂੰ ਚਲਾ ਨਹੀਂ ਪਾ ਰਹੇ। ਹਾਲਾਤ ਕਾਫੀ ਮਤਲਬ ਜਿਹੜੇ ਆ ਉਹ ਟਾਈਟ ਹੈ। ਤੇ ਦੁਨੀਆ ਭਰ ਵਿੱਚ ਵੈਸੇ ਤੇ ਇਕਨੋਮਿਕ ਕ੍ਰਾਈਸਿਸ ਹੈ। ਤੁਸੀਂ ਪਹਿਲਾਂ ਤਾਂ ਇਹਦੇ ਬਾਰੇ ਓਵਰਵਿਊ ਤੁਹਾਡਾ ਕੀ ਆ ਵੀ ਇਹਦੇ ਪਿੱਛੇ ਕੀ ਕਾਰਨ ਨੇ ਤੇ ਕਿੱਧਰ ਨੂੰ ਜਾ ਰਿਹਾ ਸਾਰਾ ਕੁਝ? ਮੈਂ ਸੋਚਦਾ ਕਿ ਐਸੀ ਨਹੀਂ ਗੱਲ ਹੈਗੀ ਕਿ ਅਸੀਂ ਜਿਹੜਾ ਪੱਧਰ ਹੈਗਾ ਸਾਡਾ ਗਰੀਬੀ ਦਾ ਸਾਰੀ ਵਰਲਡ ਦਾ, ਉਹਦੇ 'ਤੇ ਅਸੀਂ ਬਹੁਤ ਉੱਚੇ ਆ, ਇੰਨੀ ਵੀ ਮਾੜੀ ਹਾਲਤ ਨਹੀਂ ਹੈ। ਪਰ ਜੇ ਇਸ ਨੂੰ ਕੰਟਰੋਲਡ ਤਰੀਕੇ ਨਾਲ ਇਮੀਗ੍ਰੇਸ਼ਨ ਨਾ ਕੀਤੀ ਗਈ, ਤੇ ਤੁਸੀਂ ਦੇਖਦੇ ਹੋ ਆਮ ਤੌਰ ਤੇ ਅਸੀਂ ਦੇਖਦੇ ਕਿ ਮੈਡੀਕਲ ਲਾਈਨ ਹੀ ਲੈ ਲਓ। ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਸਰਵਿਸਿਜ਼ ਜਦੋਂ ਦੇ ਆਪਾਂ ਆਏ, ਜਿਹੜੀਆਂ ਸਰਵਿਸਿਜ਼ ਸਾਨੂੰ ਮਿਲਦੀਆਂ ਸੀ, ਜਿੰਨੀ ਤੇਜ਼ੀ ਨਾਲ ਫਾਸਟ ਤਰੀਕੇ ਨਾਲ ਸਾਨੂੰ ਮਿਲਦੀਆਂ ਸੀ, ਇਸ ਵੇਲੇ ਜੇ ਅਸੀਂ ਹਸਪੀਟਲ ਦੇ ਵਿੱਚ ਚਲੇ ਜਾਂਦੇ ਤਾਂ ਹਸਪਤਾਲ ਦੇ ਵਿੱਚ 5-5 6-6 ਘੰਟੇ, ਇੱਥੋਂ ਤੱਕ ਪੂਰਾ ਦਿਨ ਲੱਗ ਜਾਂਦਾ। ਤੇ ਕਈ ਲੋਕ ਉੱਠ ਕੇ ਆ ਜਾਂਦੇ ਵੀ ਇੱਥੇ ਹੁਣ ਕੀ ਕਰਨਾ ਬੈਠੇ, ਇਹਨਾਂ ਕੋਲ ਸਟਾਫ ਹੀ ਹੈ ਨਹੀਂ। ਤੇ ਜੇ ਉਹਨਾਂ ਨੂੰ ਪੁੱਛਿਆ ਜਾਏ ਤਾਂ ਉਹ ਕਹਿੰਦੇ ਨਹੀਂ ਅਸੀਂ ਤਾਂ ਠੀਕ ਹੀ ਹਾਂ। ਹਾਲਾਂਕਿ ਹੁਣੇ ਕੱਲ ਦੀ ਖਬਰ ਹੈ ਔਰ ਅੱਜ ਦੀ ਖਾਸ ਕਰਕੇ ਹਾਈਲਾਈਟਡ ਕਿ ਜਿਹੜੇ ਪ੍ਰਾਈਵੇਟ ਜਿਹੜੇ ਕੰਸਲਟੈਂਟ ਡਾਕਟਰ ਆ, ਉਹਨਾਂ ਨੂੰ ਗੌਰਮੈਂਟ ਫੰਡ ਕਰੇ, ਪੈਸੇ ਦੇਵੇ, ਤੇ ਉਹ ਪ੍ਰਾਈਵੇਟ ਤਰੀਕੇ ਨਾਲ ਵੀ ਹਸਪਤਾਲ ਤੋਂ ਜਾਣ ਤੋਂ ਬਗੈਰ ਆਪਣੀ ਕਲੀਨਿਕ ਦੇ ਵਿੱਚ ਜਾ ਕੇ ਲੋਕਾਂ ਦੀ ਆਪਰੇਸ਼ਨ, ਵੱਡੇ ਜਿਹੜੇ ਆਪਰੇਸ਼ਨ ਉਹ ਕਰ ਸਕਦੇ। ਉਹਦੀ ਵਜ੍ਹਾ ਇਹ ਹੀ ਆ, ਮੂੰਹ ਤੋਂ ਨਹੀਂ ਬੋਲਦੇ ਕਿ ਸਾਡੇ ਕੋਲ ਸਟਾਫ ਹੈ ਨਹੀਂ ਹਸਪਤਾਲ ਦੇ ਵਿੱਚ ਲੁੱਕ ਆਫਟਰ ਕਰਨ ਲਈ। ਰਹਿ ਗਈ ਗੱਲ ਆਰਥਿਕਤਾ ਦੀ, ਤੁਸੀਂ ਇਦਾਂ ਅੰਦਾਜ਼ਾ ਲਾ ਲਓ ਕਿ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਇੱਕ ਗੋਭੀ ਦਾ ਫੁੱਲ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਸੀ 199 ਦਾ ਇੱਕ ਗੋਭੀ ਦਾ ਫੁੱਲ ਮਿਲਦਾ ਸੀ, ਤੇ ਇਸ ਵੇਲੇ $5 ਦਾ। ਪਰ ਮੇਰਾ ਸਵਾਲ ਹੈ ਕਿ ਕੀ $5 ਦਾ ਜਿਹੜਾ ਉਹ 4 ਗੁਣਾ ਵੱਧ ਗਏ ਪਹਿਲੇ ਨਾਲੋਂ, ਤਾਂ ਕੀ ਸਾਡੀਆਂ ਵੇਜਸ ਜਿਹੜੀਆਂ $15 ਮਿਨੀਮਮ ਸੀ ਉਹ $60 ਹੋਈਆਂ? ਨਹੀਂ ਹੋਈਆਂ।
ਮੇਰਾ ਮਤਲਬ ਕਹਿਣ ਦਾ ਇਹ ਕਿ ਇਹਦਾ ਮੋਟਾ ਜਿਹਾ ਇੱਕ ਫਾਰਮੂਲਾ ਕਿ ਜਿਹੜੀ ਚੀਜ਼ 99 ਦੀ ਇੱਕ ਕੁਕੰਬਰ ਸਾਨੂੰ ਮਿਲਦੀ ਸੀ, ਇਸ ਵੇਲੇ ਉਹ 99 ਦੀ ਨਹੀਂ, ਉਹ $2 ਦੀ ਮਿਲਦੀ, ਡਬਲ ਹੋ ਗਈਆਂ ਪ੍ਰਾਈਸਿਸ। ਤਾਂ ਮੇਰਾ ਮਤਲਬ ਕਹਿਣ ਦਾ ਹੈ ਕਿ ਜੇ ਪ੍ਰਾਈਸ ਲੈਵਲ ਇੰਨੀ ਜਲਦੀ ਨਾ ਉੱਚਾ ਹੁੰਦਾ ਜਾਂਦਾ ਕਿ ਪ੍ਰਪੋਰਸ਼ਨੇਟਲੀ ਸਾਡੀ ਜਿਹੜੀਆਂ ਵੇਜਸ ਆ ਉਹ ਇਸ ਤਰ੍ਹਾਂ ਨਹੀਂ ਵੱਧਦੀਆਂ, ਉਹਦੇ ਨਾਲ ਮਤਲਬ ਇਹ ਨਿਕਲਦਾ ਉਹਦੇ ਵਿੱਚੋਂ ਕਿ ਜਿਹੜਾ ਸਾਡੇ ਸਟੈਪ ਸੀ ਗਰੀਬੀ ਵੱਲ ਨੂੰ, ਉਹ ਜ਼ਿਆਦਾ ਵੱਧਦੇ ਜਾ ਰਿਹਾ। ਤੇ ਦੇਖਣ ਵਿੱਚ ਆਇਆ ਕਿ ਸਾਡਾ ਜਿਹੜਾ ਗਰੀਬੀ ਦਾ ਢਾਂਚਾ ਸੀ, ਜਿਹੜੇ ਸਟੈਟਿਸਟਿਕਸ ਆ ਅੰਕੜੇ, ਉਹ ਵੀ ਇਹ ਦੱਸਦੇ ਆ ਕਿ ਸਾਡੀ ਜਿਹੜੀ ਗਰੀਬੀ ਦਾ ਲੈਵਲ ਹੈਗਾ ਉਹ ਪਹਿਲੇ ਨਾਲੋਂ 17% ਜ਼ਿਆਦਾ ਵਧਿਆ, which is not very good picture to see। ਤੇ ਇਸੇ ਤਰ੍ਹਾਂ ਹੀ ਮੈਂ ਇਹ ਵੀ ਦੇਖਦਾ ਕਿ ਜਿਹੜਾ ਸਾਡੇ ਕੋਲ ਇਮੀਗ੍ਰੇਸ਼ਨ ਦਾ ਇਨਫਲਕਸ ਆ, ਮੈਂ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਹੈਗਾ। ਇਮੀਗ੍ਰੇਸ਼ਨ ਸਾਡੇ ਕੋਲ ਐਸੀ 35 ਮਿਲੀਅਨ ਲੋਕ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਆ। ਪਹਿਲੋਂ ਜਿਹੜਾ ਸੀਗਾ ਉਹ ਰਸ਼ੀਆ ਹੁੰਦਾ ਸੀ, ਪਰ ਉਹਦੇ ਵਿੱਚ ਜਿਹੜੀਆਂ ਬਾਕੀ ਮੁਲਕ ਸੀ ਹੁਣ ਟੁੱਟ ਗਏ ਆ। ਪਰ ਐਜ਼ ਵਨ ਐਂਟਿਟੀ, ਇੱਕ ਅੰਕੜੇ ਦੇ ਲਿਹਾਜ਼ ਨਾਲ ਕੈਨੇਡਾ ਦੁਨੀਆ ਦਾ ਇਸ ਵੇਲੇ ਸਭ ਤੋਂ ਵੱਡਾ ਮੁਲਕ ਆ ਤੇ ਸਾਡੀ ਆਰਥਿਕਤਾ ਵੀ ਬੜੀ ਸੋਹਣੀ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਉਹਦੇ ਨਾਲ ਜੇ ਆਰਥਿਕਤਾ ਸਾਡੀ ਸੋਹਣੀ ਆ ਤੇ ਉਹਦੇ ਨਾਲ ਜਿਹੜਾ ਵਰਕ ਲੈਵਲ ਹੈ, ਵਰਕਿੰਗ ਕਲਾਸ ਜਿਹੜੀ ਆ, ਉਹਨਾਂ ਦਾ ਜਿਹੜਾ ਇਨਫਲਕਸ ਆ, ਉਹਨਾਂ ਦੀ ਜਿਹੜੀ ਵੇਜਸ ਆ, ਉਹ ਉਸ ਹਿਸਾਬ ਜਾਂ ਉਸ ਰੇਸ਼ੋ ਜਾਂ ਉਸ ਨਿਸਬਤ ਨਾਲ ਨਹੀਂ ਵਧੀ। ਇਸ ਲਈ ਅਸੀਂ ਇਸ ਗੱਲ ਲਈ ਪਰੇਸ਼ਾਨ ਹਾਂ ਕਿ ਆਉਣ ਵਾਲੇ 15-20 ਸਾਲ ਦੇ ਵਿੱਚ ਇੰਗਲੈਂਡ ਦੇ ਵਿੱਚ ਕੀ ਹੋਣ ਵਾਲਾ ਜੀ। ਬਿਲਕੁਲ ਡਾਕਟਰ ਸਾਹਿਬ, 2-3 ਚੀਜ਼ਾਂ ਤੁਸੀਂ ਪੁਆਇੰਟ ਆਊਟ ਕੀਤੀਆਂ। ਇੱਕ ਤਾਂ ਮੈਨੂੰ ਲੱਗਦਾ ਹੈ ਕਿ ਚਲੋ ਮਹਿੰਗਾਈ ਆਏ, ਸਾਨੂੰ ਸਭ ਨੂੰ ਪਤਾ, ਇਨਫਲੇਸ਼ਨ ਦਾ ਸਭ ਨੂੰ ਪਤਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਆ ਕਿ ਗੌਰਮੈਂਟ ਦੇ ਪੱਧਰ ਤੇ ਜਾਂ ਤੇ ਕੋਈ ਮਿਸਮੈਨੇਜਮੈਂਟ ਆ, ਜਿਵੇਂ ਤੁਸੀਂ ਪੁਆਇੰਟ ਆਊਟ ਕੀਤਾ ਇਮੀਗ੍ਰੇਸ਼ਨ ਨੂੰ, ਕਿ ਉਹਨੂੰ ਰੈਗੂਲਰ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਹਾਲਾਂ ਸਾਨੂੰ ਲੋੜ ਹੈ, ਇਹ ਨਹੀਂ, ਅਸੀਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਨਹੀਂ ਹੈ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਸਕਿਲਡ ਲੇਬਰ ਦੀ ਵੀ ਲੋੜ ਹੈ ਔਰ ਬਹੁਤ ਸਾਰੇ ਹੋਰ ਖੇਤਰਾਂ ਦੇ ਵਿੱਚ ਅੱਗੇ ਵਧਣਾ ਹੈ। ਜਿਸ ਤਰ੍ਹਾਂ ਸਾਇੰਸ ਦੀਆਂ ਨਵੀਆਂ ਚੀਜ਼ਾਂ ਆ ਰਹੀਆਂ, ਕੰਪਿਊਟਰ ਟੈਕਨੋਲੋਜੀ ਵਾਲੇ ਲੋਕ ਨੇ। ਤੇ ਹਸਪੀਟਲ ਦੀ ਗੱਲ ਮੈਂ ਤੁਹਾਡੇ ਨਾਲ ਬਾਅਦ 'ਚ ਛੇੜਦਾ, ਪਹਿਲਾਂ ਮੈਂ ਇਹ ਤੁਹਾਡੇ ਨਾਲ ਜਾਣਨਾ ਚਾਹੁੰਦਾ ਹਾਂ, 2 ਵਾਰ ਸਾਡੇ ਆਟਵਾ ਦੇ ਵਿੱਚ ਪਾਰਲੀਮੈਂਟ ਨੇ ਬੁਲਾਇਆ ਜੀ ਲੌਬਲਾਜ਼ ਤੇ ਜਿਹੜੇ ਬਾਕੀ 3 ਵੱਡੇ ਗਰੋਸਰੀ ਸਟੋਰਾਂ ਦੇ ਮਾਲਕ ਨੇ, ਜਿਹੜੇ ਚੇਨ ਹੈ ਵੱਡੀਆਂ, ਤੇ ਉਹਨਾਂ ਨੂੰ ਕੁਐਸਚਨ ਵੀ ਬੜੇ ਤਿੱਖੇ ਕੀਤੇ ਗਏ। ਜਿਹੜੀ ਕਮੇਟੀ ਬਣਾਈ ਗਈ ਆ ਵੀ ਕੀ ਕਰ ਕੀ ਰਹੇ ਹੋ ਤੁਸੀਂ, ਤੁਹਾਡਾ ਲੌਜਿਕ ਕੀ ਆ। ਮੈਂ ਅੱਜ ਵਿਖਿਆਤ ਅਰਥ ਸ਼ਾਸਤਰੀ ਨੇ ਡਾਕਟਰ ਗਿੱਲਰੀ, ਉਹਨਾਂ ਨਾਲ ਗੱਲਬਾਤ ਡਿਸਕਸ ਕਰ ਰਿਹਾ ਸੀ। ਉਹ ਕਹਿੰਦੇ ਕਿ ਪ੍ਰੋਬਲਮ ਇਹ ਆ ਕਿ ਇਹਨਾਂ ਕੋਲ ਜਿਹੜੀਆਂ ਇਹ ਸਰਕਾਰਾਂ, ਖਾਸ ਕਰਕੇ ਕੈਨੇਡਾ ਦੀ ਸਰਕਾਰ, ਇਹਨਾਂ ਕੋਲ ਡੇਟਾ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਦਾ, ਕਿ ਤਾਂ ਹੀ ਉਹ ਆਪਣੀ ਪ੍ਰੋਡਕਸ਼ਨ ਦਾ ਡੇਟਾ ਨਹੀਂ ਆ, ਐਗਰੀਕਲਚਰ ਪ੍ਰੋਡਿਊਸ ਦਾ ਡੇਟਾ ਨਹੀਂ ਆ, ਕਈ ਚੀਜ਼ਾਂ ਦਾ ਹੋਰ ਡੇਟਾ ਨਹੀਂ ਹੈ, ਜਿਹਦਾ ਕਰਕੇ ਚੈੱਕ ਐਂਡ ਬੈਲੈਂਸ ਜਿਹੜਾ ਉਹ ਰੱਖ ਨਹੀਂ ਪਾਉਂਦੇ। ਤੇ ਹੋ ਸਕਦਾ ਕਿਉਂਕਿ ਡਾਕਟਰ ਸਾਹਿਬ ਬੜੇ ਵੱਡੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਇਹ ਚੀਜ਼ ਸਟੱਡੀ ਕੀਤੀ, ਮੈਂ ਕੱਲ੍ਹ ਉਹਨਾਂ ਕੋਲੋਂ ਵੀ ਇਹ ਜਾਣੂਗਾ ਥੋੜ੍ਹਾ ਜਿਹਾ। ਪਰ ਤੁਸੀਂ ਮੋਟੇ ਤੌਰ ਤੇ ਤੁਸੀਂ ਅਰਥ ਸ਼ਾਸਤਰ ਨੂੰ ਸਮਝਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੀ ਕਿਤੇ ਨਾ ਕਿਤੇ ਅਣਗਹਿਲੀ, ਮਿਸਮੈਨੇਜਮੈਂਟ ਜਾਂ ਨੀਤੀ ਦੇ ਵਿੱਚ ਕੋਈ ਐਸੀ ਗੱਲ ਹੈ ਜਿਹਦਾ ਕਰਕੇ ਇਸ ਪਾਸੇ ਆਪਾਂ ਵੱਧ ਰਹੇ ਹਾਂ? ਮੇਰਾ ਖਿਆਲ ਉਹਦੇ 'ਚ ਇਹ ਆ ਕਿ ਖਾਸ ਕਰਕੇ ਇਸ ਦਹਾਕੇ ਦੇ ਵਿੱਚ, ਮੈਂ ਕਹੂੰਗਾ ਕਿ 2015 ਤੋਂ ਲੈ ਕੇ ਹੁਣ ਤੱਕ 2023 ਚੜ ਗਿਆ, ਉਹਦੇ ਵਿੱਚ ਜਿਹੜੀ ਅੱਗੇ ਸਾਡੇ ਕੋਲ ਲੇਬਰ ਆਉਂਦੀ ਸੀ, 2 ਚੀਜ਼ਾਂ ਸੀਗੀਆਂ ਸਾਡੇ ਕੋਲ। ਹੀ ਜਿਹੜੀ ਲੇਬਰ ਸੀ, ਮੈਂ 73-74 ਦੀ ਗੱਲ ਕਰਦਾ, ਪਹਿਲੀ ਵਾਰੀ ਮੈਂ ਇੰਗਲੈਂਡ 'ਚੋਂ 73 ਦੇ ਵਿੱਚ ਆਇਆ ਸੀ ਆਪਣੀ ਭੈਣ ਦੀ ਸ਼ਾਦੀ ਕਰਨ ਇੱਥੇ। ਤਾਂ ਮੈਂ ਇਹ ਦੇਖਿਆ ਸੀ ਕਿ ਲੇਬਰ ਉਦੋਂ ਹੀ ਸਾਨੂੰ ਬਹੁਤ ਘੱਟ ਸੀਗੀ, ਸਾਡੇ ਕੋਲ ਘਾਟਾ ਸੀ ਤੇ ਅਸੀਂ ਉਹਨੂੰ ਵੈਸਟ ਇੰਡੀਜ਼ ਤੋਂ ਹਾਇਰ ਕਰਦੇ ਸੀ। ਪਰ ਉਦੋਂ ਇਮੀਗ੍ਰੇਸ਼ਨ ਦਾ ਇੰਨਾ ਚੱਕਰ ਨਹੀਂ ਸੀ ਹੁੰਦਾ। ਇਹ ਸੀ ਕਿ ਜਦੋਂ ਹਾਰਵੈਸਟਿੰਗ ਹੁੰਦੀ ਸੀ ਕਣਕ ਦੀ ਖੇਤੀ ਦੇ, ਖਾਸ ਕਰਕੇ ਸਮਰ ਦੇ ਵਿੱਚ, ਤੇ ਉਹ ਕਣਕ ਦੇ ਮਹੀਨਿਆਂ ਦੇ ਵਿੱਚ 2 ਮਹੀਨੇ 3 ਮਹੀਨੇ ਇੱਥੇ ਚੰਗੀ ਮਿਹਨਤ ਕਰਕੇ ਚੰਗੇ ਪੈਸੇ ਬਣਾ ਕੇ ਆਪਣੇ ਮੁਲਕਾਂ ਨੂੰ ਵਾਪਸ ਚਲੇ ਜਾਂਦੇ ਸੀ। ਪਰ ਅਸੀਂ ਦੇਖਦੇ ਕਿ 1955 ਤੋਂ ਆਨਵਰਡ ਜਿਹੜੀ ਇਨਫਲਕਸ ਸੀ ਲੇਬਰ ਦੀ, ਉਹ ਇਸ ਤਰ੍ਹਾਂ ਵੱਧਦੀ ਗਈ ਕਿ 1975 'ਚ ਆ ਕੇ ਖਾਸ ਕਰਕੇ ਹਿੰਦੁਸਤਾਨ ਦੇ ਵਿੱਚੋਂ ਤੇ ਮਿਡਲ ਈਸਟ ਦੇ ਵਿੱਚੋਂ ਲੋਕ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ।
ਉਹਦੇ ਨਾਲ ਜਿਹੜਾ ਸਭ ਤੋਂ ਵੱਡਾ ਮੈਂ ਸੋਚਦਾ, ਜਿੱਦਾਂ ਅੰਕੜੇ ਤੁਹਾਨੂੰ ਅਰਥ ਸ਼ਾਸਤਰ ਦੇ ਮਾਹਿਰ ਜਿਹੜੇ ਆ ਉਹਨਾਂ ਨੇ ਦੱਸਿਆ, ਉਹ ਗੱਲ ਬਿਲਕੁਲ ਠੀਕ ਆ ਕਿ ਇਹਨਾਂ ਨੂੰ ਉਹ ਜਿਹੜਾ ਡਾਟਾ ਉਹ ਨਹੀਂ ਦੱਸ ਰਿਹਾ ਕਿ, ਜਾਂ ਇਹਨਾਂ ਦੇ ਕੋਲ ਹੈ ਨਹੀਂ ਕਿ ਜਿਹੜੀ ਸਾਡੀ ਤਰੱਕੀ ਜਾਂ ਸਾਡੀ ਗਰੋਥ ਆਰਥਿਕ ਤੌਰ ਤੇ ਹੋਣੀ ਸੀ, ਉਸ ਇਸ ਗੱਲ ਤੇ ਡਿਪੈਂਡ ਕਰਦੀ ਆ ਕਿ ਜਿਹੜਾ ਸਾਡੇ ਕੋਲ ਲੇਬਰ ਫੋਰਸ ਆਉਂਦਾ ਉਹ ਕਿੰਨਾ ਕੁ ਪੜ੍ਹਿਆ ਲਿਖਿਆ, ਟੈਕਨੋਲੋਜੀਕਲੀ, ਐਕੈਡੈਮਿਕਲੀ ਉਹ ਕਿੰਨਾ ਕੁ ਪੜ੍ਹਿਆ ਲਿਖਿਆ। ਉਹਦੇ ਉਸ ਵਕਤ ਮਿਸਾਲ ਦੇ ਤੌਰ ਦੇ ਵਿੱਚ ਸਾਨੂੰ ਇਹ ਨਹੀਂ ਸੀ ਜ਼ਿਆਦਾ ਪਤਾ ਲੱਗਦਾ। ਮੋਸਟਲੀ ਮੈਂ ਜੇ ਪੰਜਾਬ ਦੀ ਗੱਲ ਕਰਾਂ ਜਾਂ ਹਿੰਦੁਸਤਾਨ ਦੀ ਗੱਲ ਕਰਾਂ, ਤੇ ਹਿੰਦੁਸਤਾਨ ਦੇ ਵਿੱਚੋਂ ਮੋਸਟਲੀ ਟੀਚਰ ਔਰ ਪ੍ਰੋਫੈਸਰ ਔਰ ਡਾਕਟਰਸ ਨਰਸਿਸ ਹੁੰਦੀਆਂ ਸੀ। ਦੇ ਆਰ ਸਕਿਲਡ ਲੇਬਰ। ਉਹਨਾਂ ਦਾ ਸਾਡੇ ਉੱਤੇ ਆਰਥਿਕ ਤੌਰ ਤੇ ਕੋਈ ਭਾਰ ਨਹੀਂ ਪੈਂਦਾ ਸੀ। ਪਰ ਆਉਣ ਵਾਲੇ ਵਕਤਾਂ ਦੇ ਵਿੱਚ ਜਿਹੜੀ ਅਨਸਕਿਲਡ ਲੇਬਰ ਦਾ ਇਨਫਲਕਸ ਹੋਇਆ, ਜਾਂ ਇਹ ਕਹਿ ਲਓ ਨਿਕਾਸ ਹੋਇਆ, ਉਹਦੇ ਨਾਲ ਇਹ ਹੋਇਆ ਕਿ ਆਉਂਦੇ ਹੀ ਜਦੋਂ ਉਹ ਇੱਥੇ ਆ ਗਏ ਤੇ ਸਾਡੇ ਤੇ ਭਾਰ ਇਸ ਤਰ੍ਹਾਂ ਪਿਆ ਕਿ ਉਹ 2-3 ਸਾਲ ਤਾਂ ਉਹਨਾਂ ਨੂੰ ਲੱਗਣੇ ਸੀ ਇੱਥੇ ਐਡਜਸਟ ਹੋਣ ਲਈ। ਜਦੋਂ ਉਹ 2-3 ਸਾਲ ਦੇ ਵਿੱਚ ਇੱਥੇ ਐਡਜਸਟਮੈਂਟ ਪੀਰੀਅਡ ਸੀਗਾ, ਉਹਨਾਂ ਦਿਨਾਂ ਦੇ ਵਿੱਚ ਉਹ ਆਰਥਿਕ ਤੌਰ ਤੇ ਇੱਕ ਵੱਡਾ ਭਾਰ ਸੀ ਗਵਰਨਮੈਂਟ ਦੇ ਉੱਤੇ, ਸਰਕਾਰ ਦੇ ਉੱਤੇ, ਜਿਨ੍ਹਾਂ ਨੂੰ ਉਹ ਸੋਸ਼ਲ ਸਰਵਿਸਿਜ਼ ਵੱਲੋਂ ਅਨਇੰਪਲੋਇਮੈਂਟ ਜਾਂ ਉਹਨਾਂ ਦੇ ਬੈਨੀਫਿਟਸ ਉਹਨਾਂ ਨੂੰ ਦਿੰਦੇ ਸੀ। ਇਹਨਾਂ ਹੀ ਦਿਨਾਂ ਦੇ ਵਿੱਚ ਖਾਸ ਕਰਕੇ ਇਹਨਾਂ ਦੇ ਜਦੋਂ ਆਪਣੇ ਇਰਾਕ ਔਰ ਈਰਾਨ ਦੇ ਵਿੱਚ ਔਰ ਸੀਰੀਆ ਖਾਸ ਕਰਕੇ ਟੁੱਟਿਆ, ਤੇ ਉਹਦੇ ਵਿੱਚ ਇਹ ਹੋਇਆ ਕਿ ਜਿਹੜੀ ਅਨਸਕਿਲਡ ਇਨਫਲਕਸ ਰੈਫਿਊਜੀ ਦਾ ਸੀ, ਉਹ ਇਸ ਤਰ੍ਹਾਂ ਇੱਥੇ ਆਇਆ ਕਿ ਜਿਨ੍ਹਾਂ ਨੂੰ ਇਹਨਾਂ ਨੇ ਇਹ ਐਸਟੈਬਲਿਸ਼ਮੈਂਟ ਕਰ ਲਈ ਸੀ, ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਹੈਗੀਆਂ ਕਿ ਇਹਨਾਂ ਨੂੰ ਐਡਜਸਟਮੈਂਟ ਪੀਰੀਅਡ 5 ਸਾਲ ਦੇ ਵਿੱਚ ਅਸੀਂ ਪੈਸੇ ਦੇਵਾਂਗੇ। ਪਰ 5 ਸਾਲ ਦੇ ਵਿੱਚ ਅੰਕੜੇ ਇੰਨੇ ਸੀ ਵੱਧ ਗਏ, ਜਿਹੜੇ ਅਸੀਂ ਅੰਦਾਜ਼ਾ ਲਾਉਂਦੇ ਸੀ ਕਿ ਸਾਡੇ ਕੋਲ 25 ਲੱਖ ਲੋਕ ਇੱਥੇ ਹੋਣਗੇ, 25 ਲੱਖ ਇੱਥੇ 1 ਮਿਲੀਅਨ ਤੋਂ ਵੀ ਓਵਰ ਲੋਕ ਆ ਗਏ ਔਰ ਹਰ ਰੋਜ਼ ਆਉਂਦੇ ਆ। ਉਹਦੇ ਨਾਲ ਇਹ ਆ ਕਿ ਸਾਡੇ ਕੋਲ ਕੋਈ ਇਹ ਡਾਟਾ ਨਹੀਂ ਕਿ ਆਉਣ ਵਾਲੇ ਵਕਤ ਦੇ ਵਿੱਚ ਕੀ ਸਾਡੇ ਨਾਲ ਹੋਣ ਵਾਲਾ, ਜਾਂ ਇਹਦੀ ਆਰਥਿਕਤਾ ਦਾ ਢਾਂਚਾ ਜਿਹੜਾ ਉਹ ਕਿਸ ਪਾਸੇ ਨੂੰ ਮੁੜੇਗਾ। ਉਸ ਪ੍ਰਪੋਰਸ਼ਨੇਟਲੀ ਸਾਡੀ ਇਨਕਮ ਨਹੀਂ ਵੱਧ ਰਹੀ ਜਿਸ ਤਰੀਕੇ ਨਾਲ ਸਾਡੇ ਉੱਤੇ ਬਰਡਨ ਪਾਇਆ ਜਾ ਸਕਦਾ। ਹਾਂ, ਅਸੀਂ ਇਹ ਅਮਰੀਕਾ ਨੂੰ ਵੀ ਕਿਹਾ ਤੇ UN ਨੂੰ ਵੀ ਕਿਹਾ ਕਿ ਸਾਡੇ ਕੋਲ ਇੰਨੇ ਜਿਹੜੇ ਲੇਬਰ ਆ ਗਏ ਆ, ਸਾਡੇ ਕੋਲ ਜਿਹੜੇ ਵਰਕਿੰਗ ਕਲਾਸ ਆ ਗਈ, ਇਹਦੀ ਬਾਬਤ ਤੁਸੀਂ ਕੀ ਕਰਦੇ? ਤੁਸੀਂ ਸਾਨੂੰ ਕਿਹਾ ਕਿ ਲਓ, ਅਸੀਂ ਜੇ ਉਹਨਾਂ ਨੂੰ ਲੈ ਲਿਆ ਤੇ ਸਾਨੂੰ ਮਦਦ ਕਰੋ। ਉਸ ਮਦਦ ਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਕਿ ਅਸੀਂ ਬਾਕੀ ਵੀ ਮੁਲਕਾਂ ਦੇ ਵਿੱਚ ਇੰਨਾ ਪੈਸਾ ਨਹੀਂ ਦੇ ਸਕਦੇ, ਜੇ ਤੁਸੀਂ ਤਾਂ ਫਿਰ ਵੀ ਅੱਛੇ ਲੋਕ ਹੋ, ਐਫਲੂਐਂਸ ਸੋਸਾਇਟੀ ਹੋ, ਪਰ ਬਾਕੀ ਮੁਲਕਾਂ ਜਿੱਥੇ ਹੋ ਗਏ ਆ ਉੱਥੇ ਇਸ ਕਿਸਮ ਦੀਆਂ ਕੋਈ ਫੈਸਿਲਿਟੀਜ਼ ਨਹੀਂ, ਇਸ ਲਈ ਅਸੀਂ ਵੀ ਤੁਹਾਨੂੰ ਕੋਈ ਪੈਸੇ ਨਹੀਂ ਦੇ ਸਕਦੇ ਜਿਹਦੇ ਨਾਲ ਸਾਡੇ ਤੋਂ ਆਰਥਿਕ ਬਰਡਨ ਜਿਹੜਾ ਉਹ ਘੱਟ ਜਾਏ। ਜੀ ਡਾਕਟਰ ਸਾਹਿਬ, ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਏਡ ਹੈ, ਡਾਇਰੈਕਟ ਏਡ ਜਿੱਦਾਂ ਆਪਾਂ, ਉਹ ਅਮਰੀਕਾ ਦੇ ਉੱਤੇ ਅਸੀਂ ਕਿਤੇ ਨਾ ਕਿਤੇ ਡਿਪੈਂਡੈਂਟ ਹੈ? ਮੈਂ ਤਾਂ ਸਮਝਦਾ ਕਿ ਆਪਾਂ ਵਪਾਰ ਜ਼ਰੂਰ ਕਰਦੇ ਹਾਂ, ਭਾਵੇਂ ਜ਼ਿਆਦਾ ਵਪਾਰ ਅਮਰੀਕਾ ਦਾ ਸਾਡੇ ਵਾਲੇ ਪਾਸੇ ਨੂੰ ਆ, ਅਸੀਂ ਉੱਥੋਂ ਦਰਾਮਦ ਤੇ ਕਰਦੇ ਹਾਂ, ਬਰਾਮਦ ਬਹੁਤ ਘੱਟ ਕਰਦੇ ਹਾਂ, ਜਾਂ ਜਿਹੜੇ ਕੋਈ ਸਾਂਝੇ ਯੂਨਿਟ ਨੇ ਜਿਹਦੇ 'ਚ ਅਸੀਂ ਲੇਬਰ ਆਪਣੀ ਇਨਪੁਟ ਦਿੰਦੇ ਹਾਂ, ਜਾਂ ਵੇਅਰ ਹਾਊਸਿਸ ਦੇ ਵਿੱਚ ਡੱਬੇ ਡੁੱਬੇ ਇੱਧਰੋਂ ਉੱਧਰੋਂ ਬੰਦ ਕਰਕੇ ਵਾਪਸ ਫਿਰ ਅਮਰੀਕਾ ਭੇਜ ਦਿੰਦੇ ਹਾਂ। ਜਿਹੜੀ ਚੀਜ਼ ਨਹੀਂ ਵਿਕੀ ਵਾਪਸ ਆਈ, ਫਿਰ ਉੱਤੇ ਲੇਬਲ ਬਦਲਿਆ, ਫਿਰ ਉੱਥੇ ਚਲ ਗਿਆ। ਉਹਦੇ ਨਾਲ ਸਾਡੀ ਲੌਜਿਸਟਿਕ ਜਿਹੜੀ ਆ, ਸਾਡੀ ਲੌਜਿਸਟਿਕ ਚੇਨ ਆ, ਇਹਦਾ ਤੇ ਕਿਤੇ ਨਾ ਕਿਤੇ ਕੋਈ ਸਾਨੂੰ ਬੈਨੀਫਿਟ ਹੋ ਸਕਦਾ, ਤੇ ਸਾਡੇ ਵਰਕਰਾਂ ਨੂੰ ਥੋੜਾ ਬਹੁਤਾ ਕੰਮ ਮਿਲਦਾ ਜ਼ਰੂਰ ਹੈ। ਪਰ ਤੁਹਾਨੂੰ ਕੀ ਲੱਗਦਾ ਕਿ ਕੋਈ ਅਮਰੀਕਾ ਸਾਨੂੰ ਡਾਇਰੈਕਟ ਏਡ ਉੱਦਾਂ ਵੀ ਦਿੰਦਾ ਜਿੱਦਾਂ ਬਾਕੀ ਮੁਲਕਾਂ ਨੂੰ ਦਿੰਦਾ, ਪਾਕਿਸਤਾਨ ਨੂੰ, ਜਾਂ ਇੰਡੀਆ ਵੀ ਆਪਣੇ ਆਲੇ ਦੁਆਲੇ ਜਿਹੜੇ ਗਰੀਬ ਮੁਲਕ ਉਹਨਾਂ ਨੂੰ ਏਡ ਦਿੰਦਾ? ਕੀ ਡਿਪੈਂਡੈਂਸੀ ਹੈ ਸਾਡੀ ਇੱਦਾਂ ਦੀ ਕੋਈ? ਜੀ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਹ ਇਹ ਆ, ਬੇਸ਼ੱਕ ਅਸੀਂ ਅਸਲ 'ਚ ਅਮਰੀਕਾ ਦੇ ਨਾਲ ਸਭ ਤੋਂ ਵੱਡਾ ਜਿਹੜੀ ਇੰਡਸਟਰੀਅਲ ਰਿਲੇਸ਼ਨ ਆ ਜਾਂ ਲੈਣ ਦੇਣ ਹੈਗਾ ਸਾਡਾ, ਜਿਹੜਾ ਉਹ ਸਭ ਤੋਂ ਵੱਡਾ ਜਿਹੜਾ ਉਹ ਅਮਰੀਕਾ ਦਾ ਕੈਨੇਡਾ ਇੱਕ ਪਾਰਟਨਰ ਹੈ ਬਿਜ਼ਨਸ ਦਾ। ਪਰ ਉਹ ਜਿਹੜੇ ਮੁਲਕ ਆ ਜਿਨ੍ਹਾਂ ਦੀ ਤੁਸੀਂ ਰੈਫਰੈਂਸ ਦਿੱਤੀ ਹੈ, ਤੁਸੀਂ ਬਿਲਕੁਲ ਠੀਕ ਕਿਹਾ, ਉਹਦੇ ਵਿੱਚ ਇਹ ਵੀ ਆ ਕਿ ਜਿਹੜੀਆਂ ਡਿਵੈਲਪਿੰਗ ਕੰਟਰੀਆਂ, ਜਿਨ੍ਹਾਂ ਨੂੰ ਕਿਸੇ ਵਕਤ ਅਸੀਂ ਥਰਡ ਵਰਲਡ ਕੰਟਰੀਜ਼ ਕਹਿੰਦੇ ਸੀ, ਅੱਜ ਕੱਲ੍ਹ ਅਸੀਂ ਉਹਨਾਂ ਨੂੰ ਡਿਵੈਲਪਿੰਗ ਕੰਟਰੀਜ਼, ਉਹਨਾਂ ਦੇ ਵਿੱਚ ਜਿਹੜੀਆਂ ਏਡਸ ਆ ਡਿਵੈਲਪਡ ਕੰਟਰੀ, ਮਿਸਾਲ ਦੇ ਤੌਰ ਤੇ ਯੂਰਪ ਆ, ਇੰਗਲੈਂਡ ਆ, ਕੈਨੇਡਾ, ਅਮਰੀਕਾ, ਕੈਨੇਡਾ ਵੀ ਦਿੰਦਾ। ਉਹਦੇ ਵਿੱਚ ਜਿਹੜੀਆਂ ਡਿਵੈਲਪਿੰਗ ਕੰਟਰੀਆਂ, ਉਹਨਾਂ ਲਈ ਤੇ ਇਹ ਮਦਦ ਦੇਣ ਲਈ ਉਹਦੇ 'ਚ ਪ੍ਰਿਵਿਲੇਜ ਜਾਂ ਉਹਦੇ ਵਿੱਚ ਇਹ ਇਸ ਕਿਸਮ ਦੀਆਂ ਸਹੂਲਤਾਂ ਹੈਗੀਆਂ। ਪਰ ਜਿਹੜੇ ਮੁਲਕ ਡਿਵੈਲਪਡ ਕੰਟਰੀਜ਼ ਜਿੱਦਾਂ ਅਮਰੀਕਾ ਜਾਂ ਬਾਕੀ ਯੂਰਪੀਅਨ ਕੰਟਰੀਆਂ, ਉਹਨਾਂ ਨੂੰ ਇਹ ਨਹੀਂ ਦਿੰਦੇ। ਹਾਂ, ਇੱਕ ਗੱਲ ਆ ਕਿ UN ਨੇ ਇਹ ਕਿਹਾ ਹੋਇਆ
ਕਿ ਜਿਹੜੇ ਮੁਲਕ ਜਿਹੜੀਆਂ ਰਿਫਿਊਜੀਆਂ ਦੇ ਉੱਤੇ ਅਤਿਆਚਾਰ ਜਾਂ ਇਸ ਕਿਸਮ ਦੇ ਹਾਲਾਤ ਸਿਆਸੀ ਤੌਰ ਤੇ ਸਤਾਏ ਜਾਂਦੇ ਆ, ਉਹ ਜਦੋਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਆਉਂਦੇ ਤੇ UN ਪ੍ਰਪੋਰਸ਼ਨੇਟਲੀ ਉਹਨਾਂ ਨੂੰ ਪੈਸੇ ਦਿੰਦਾ। ਮੈਂ ਨਹੀਂ ਸੋਚਦਾ ਕਿ ਕੈਨੇਡਾ ਨੂੰ ਇੰਨਾ ਵੱਡਾ ਕੋਈ ਮਦਦ ਮਿਲਦੀ ਆ, ਪਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਉਹਨਾਂ ਦਾ ਭਾਰ ਜਿਹੜਾ ਉਹ UN ਜ਼ਰੂਰ ਚੁੱਕਦਾ, ਪਰ ਕੈਨੇਡਾ ਲਈ ਨਹੀਂ ਚੁੱਕਦਾ ਹੈਗਾ। ਇਹ ਗੱਲ ਬੜੀ ਸਾਫ਼-ਸਾਫ਼। ਅੱਛਾ ਡਾਕਟਰ ਸਾਹਿਬ, ਤੁਹਾਡਾ ਇਹਦਾ ਤੋਂ ਇਹ ਭਾਵ ਲਿਆ ਜਾ ਸਕਦਾ ਆ ਕਿ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ, ਜਿਹੜੀ ਸਾਡੀ ਸਰਕਾਰ ਚਲਾਉਣ ਵਾਲੀ ਐਗਜ਼ੀਕਿਊਟਿਵ ਆ, ਉਹਨਾਂ ਦੇ ਕੁਝ ਆਪਣੇ ਇੰਟਰਸਟ ਵੀ ਨੇ ਕਿ ਆਪਾਂ ਕਿੱਦਾਂ ਰਿਫਿਊਜੀ ਲੈਣੇ ਆ, ਕਿਹੜੇ ਲੋਕਾਂ ਨੂੰ ਇਮੀਗ੍ਰੈਂਟ ਰੱਖਣਾ ਆ, ਉਹਨਾਂ ਦਾ ਆਪਣਾ ਵੋਟ ਬੈਂਕ ਕਿੱਦਾਂ ਸਟਰੋਂਗ ਕਰਨਾ। ਜਿੱਦਾਂ ਆਮ ਤੌਰ ਤੇ ਇੱਕ ਧਾਰਨਾ ਬਣੀ ਹੋਈ ਆ ਕਿ ਲਿਬਰਲ ਜਿਹੜੇ ਆ ਉਹ ਜ਼ਿਆਦਾ ਇਮੀਗ੍ਰੈਂਟ ਦੀ ਫੇਵਰ 'ਚ ਨੇ, ਤੇ ਲੋਕ ਜਿਹੜੇ ਇਮੀਗ੍ਰੈਂਟ ਨਵੇਂ ਆਉਂਦੇ ਆ ਜਾਂ ਜਿਹੜੇ ਇਮੀਗ੍ਰੈਂਟ ਇੱਥੇ ਆਏ ਹੋਏ ਆ ਉਹ ਵੱਡੇ ਟਰੂਡੋ ਸਾਹਿਬ ਤੋਂ ਲੈ ਕੇ ਹੋਣ ਵਾਲੇ ਟਰੂਡੋ ਸਾਹਿਬ ਤੱਕ ਇੱਕ ਭਾਵੇਂ ਉਹ ਗੱਲ ਉਸ ਹੱਦ ਤੱਕ ਹੋਵੇ ਵੀ ਨਾ, ਪਰ ਲੋਕ ਸਮਝਦੇ ਆ ਕਿ ਇਹ ਇਮੀਗ੍ਰੈਂਟ ਨੂੰ ਇੱਥੇ ਵਸਾਉਂਦੇ ਆ। ਤੇ ਨਾਲ ਦੀ ਨਾਲ ਹੁਣ ਇਹ ਧਾਰਨਾ ਬਣਦੀ ਜਾ ਰਹੀ ਆ ਕਿ ਆਪੋ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵੀ ਇਹ ਕੰਮ ਹੁੰਦਾ ਆ ਜਿਹੜਾ ਪੋਲੀਟੀਕਲ ਹੈਗਾ ਬੇਸ। ਬਾਕੀ ਜਿਹੜਾ ਸੋਸ਼ਲ ਤੇ ਦੂਜਾ ਆਪਾਂ ਉੱਤੇ ਫਿਰ ਗੱਲ ਕਰਦੇ ਹਾਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਹੈ ਕਿ ਜਦੋਂ ਤਾਈਂ ਕੋਈ ਵੀ ਸਰਕਾਰ, ਬੇਸ਼ੱਕ ਉਹ ਬਹੁਤ ਡਿਵੈਲਪ ਕੰਟਰੀਆਂ ਹੋਣ, ਕੈਨੇਡਾ ਵਰਗੀ ਕੰਟਰੀਆਂ ਨੇ, ਜੇ ਉਹਨਾਂ ਨੇ ਇਸ ਗੱਲ ਲਈ ਲੋਕਾਂ ਨੂੰ, ਇਮੀਗ੍ਰੈਂਟਸ ਨੂੰ ਇੱਥੇ ਬੁਲਾਉਣਾ ਕਿ ਸਾਡਾ ਵੋਟ ਬੈਂਕ ਬਣੇ, ਤਾਂ ਉਹਦਾ ਜਿਹੜੇ ਰਿਜ਼ਲਟ ਆ ਉਹ ਹਮੇਸ਼ਾ ਆਰਥਿਕਤਾ ਦੇ ਉੱਤੇ ਬੜਾ ਡੂੰਘਾ ਅਸਰ ਰੱਖਦੇ ਔਰ ਬੜਾ ਭੈੜਾ ਅਸਰ ਪਾਉਂਦੇ। ਮਿਸਾਲ ਦੇ ਤੌਰ ਤੇ ਇਹ ਟਰੂਡੋ, ਆਪਣੇ ਜਿਹੜੇ ਹੁਣ ਦੇ ਟਰੂਡੋ ਜਸਟਨ ਹੋਰੀ, ਇਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਸੀ ਕਿ ਜੇ ਮੈਂ ਉਹਨਾਂ ਮੁਲਕਾਂ ਦੇ ਵਿੱਚੋਂ ਇਹਨਾਂ ਲੋਕਾਂ ਨੂੰ, ਜਿਹੜੇ ਰਿਫਿਊਜੀ ਇੱਥੇ, ਉਹਨਾਂ ਦਾ ਇਨਫਲਕਸ 35-40 ਲੱਖ ਲੋਕਾਂ ਦਾ ਕਰ ਦਿੰਦਾ, ਜਾਂ 100 ਜਾਂ 1 ਮਿਲੀਅਨ ਕਹਿ ਲਓ, ਜਾਂ ਮਿਲੀਅਨ ਤੋਂ ਵੀ ਜ਼ਿਆਦਾ, ਤਾਂ ਹੋ ਸਕਦਾ ਮੇਰੀ ਪਾਰਟੀ ਨੂੰ ਬਹੁਤ ਵੱਡਾ ਵੋਟ ਮਿਲੇ। ਪਰ ਉਹਦਾ ਰਿਜ਼ਲਟ ਕੀ ਆ? ਰਿਜ਼ਲਟ ਨਹੀਂ ਨਿਕਲਦਾ। ਕਿ ਜੇ ਹੁਣ ਇੱਥੇ ਦੇਖੋ, ਤੁਹਾਡੇ ਵੀ ਦੇਖਣ ਚਾਹੇ ਤੇ ਮੇਰੇ, ਜੇ ਹੁਣ ਇੱਥੇ ਟੋਰਾਂਟੋ ਇੱਕ ਬਹੁਤ ਵੱਡਾ ਮੈਟਰੋ ਸਿਟੀ, ਜੇ ਇਹਦੇ ਉੱਤੇ ਜਿੱਥੇ ਅਸੀਂ 100 ਫਰਜ਼ ਕਰੋ ਲੋਕਾਂ ਨੂੰ ਐਬਜ਼ੌਰਵ ਕਰ ਸਕਦੇ ਸੀ ਆਪਣੀ ਇਕੋਨਮੀ ਦੇ ਵਿੱਚ, ਤੇ ਜੇ ਉੱਥੇ 100,000 ਆ ਜਾਏਗਾ ਤਾਂ ਉਹਨਾਂ ਲਈ ਰਹਿਣਾ ਮੁਸ਼ਕਲ ਹੋ ਜਾਏਗਾ। ਤਾਂ ਨੈਚੁਰਲੀ ਉਹਨਾਂ ਦਾ ਜਿਹੜਾ ਇੱਥੇ ਸੈਟਲਮੈਂਟ ਹੋਣਾ ਸੀ, ਤਾਂ ਵੋਟ ਬੈਂਕ ਬਣਨਾ ਸੀ, ਉਹ ਬੈਂਕ ਦੀਆਂ ਤਾਂ ਕੀ ਕਹਿ ਲਓ ਕਿ ਉਹਨਾਂ ਦੀਆਂ ਬ੍ਰਾਂਚਿਸ ਹੋ ਗਈਆਂ ਬਾਹਰਲੇ ਮੁਲਕਾਂ, ਬਾਹਰਲੇ ਸੂਬਿਆਂ 'ਚ। ਜਿਹੜੇ ਲੋਕ ਭੁੱਖੇ ਮਰਦੇ ਸੀ, ਜੌਬ ਨਹੀਂ ਸੀ, ਆਪਣੇ ਬੱਚਿਆਂ ਨੂੰ ਲੈ ਕੇ ਉਹ ਬਾਕੀ ਸੂਬਿਆਂ ਦੇ ਵਿੱਚ ਨਿਕਲ ਗਏ। ਇਸ ਲਈ ਜਿਹੜੇ ਤੁਸੀਂ ਕਹਿ ਲਓ ਕਿ ਡੈਮੋਗ੍ਰਾਫੀ ਸੀ ਉਹਨਾਂ ਦੇ ਸੈਟਲਮੈਂਟ ਹੋਣ ਦੀ, ਉਹ ਸਕੈਟਰ ਹੋ ਗਈ। ਤੇ ਇਹ ਗੱਲ ਬੁਰੀ ਤਰ੍ਹਾਂ ਅਸਰ ਪਾਉਂਦੀ ਆ ਕਿ ਇਹ ਜਿਹੜੇ ਪਾਲਿਸੀ ਆ, ਭਾਵੇਂ ਉਹ ਪੋਲੀਟੀਕਲ ਪਾਰਟੀ ਕੰਜ਼ਰਵੇਟਿਵ ਹੋਵੇ ਤੇ ਭਾਵੇਂ ਲਿਬਰਲ, ਇਹ ਪਾਲਿਸੀ ਜਿਹੜੀ ਆ ਉਹ ਲੌਂਗ ਟਰਮ ਦੇ ਵਿੱਚ ਫਾਇਦੇਮੰਦ ਜਾਂ ਲਾਹੇਵੰਦ ਨਹੀਂ ਹੁੰਦੀ, ਉਹ ਸਕੈਟਰ ਹੋਣੀ। ਇੱਥੇ ਦੀ ਡੈਮੋਗ੍ਰਾਫੀ ਹੈਗੀ ਕੈਨੇਡਾ ਦੀ। ਕੈਨੇਡਾ ਦਾ ਇੱਕ ਜਿਹੜਾ ਉੱਥੇ ਦਾ ਸਿਟੀਜ਼ਨ ਆ, ਉਹ ਇੱਕ ਥਾਂ 10 ਸਾਲ ਤੋਂ ਵੱਧ ਨਹੀਂ ਰਹਿੰਦਾ, ਉਹ ਬਾਹਰ ਦੇ ਹੋਰ ਹਿੱਸਿਆਂ 'ਚ ਨਿਕਲ ਜਾਂਦਾ। ਤੁਸੀਂ ਮੋਟੀ ਜਿਹੀ ਗੱਲ ਦੇਖੋ ਕਿ ਆਪਣੇ ਟੋਰਾਂਟੋ ਦੇ ਵਿੱਚ ਹੀ ਵਕਤ ਉਹ ਸੀ ਕਿ ਲੋਕ ਇੱਥੇ ਧੱਕੇ ਨਾਲ, ਜ਼ੋਰ ਨਾਲ ਰਹਿੰਦੇ ਸੀ। ਹੁਣ ਜਦੋਂ ਉਹਨਾਂ ਨੂੰ ਪਤਾ ਕਿ ਇੱਕ ਘਰ ਜਿਹੜਾ ਇੱਥੇ 2 ਮਿਲੀਅਨ 1.5 ਮਿਲੀਅਨ ਦਾ, ਉਹ ਇੱਥੇ ਕਿਉਂ ਰਹਿਣ, ਉਹ ਦੂਸਰੇ ਪਾਸੇ ਨਿਆਗਰਾ ਫਾਲ ਵੱਲ, ਸੇਂਟ ਕੈਥਰੀਨ ਵੱਲ, ਵੈਸਟ ਵੱਲ, ਲੰਡਨ ਵੱਲ ਨਿਕਲ ਗਏ। ਤਾਂ ਇਸ ਤਰ੍ਹਾਂ ਉਹ ਸਕੈਟਰ ਹੋ ਜਾਂਦਾ। ਜਿੱਥੇ ਅੱਜ ਅਸੀਂ ਬਰੈਂਪਟਨ ਜਾਂ ਮਿਸਿਸਾਗਾ 'ਚ ਬੈਠੇ ਹਾਂ, ਇਹ ਕੰਟਰੀ ਸੀ, ਰੂਰਲ ਏਰੀਆ ਸੀ, ਤੇ ਅੱਜ ਇਹ ਟੋਰਾਂਟੋ ਮੈਟਰੋ ਦੇ ਵਿੱਚ ਸ਼ਾਮਲ ਹੁੰਦਾ ਜਾ ਰਿਹਾ। ਤਾਂ ਮੇਰਾ ਮਤਲਬ ਇਹ ਹੈ ਕਿ ਇਹ ਪਾਲਿਸੀ ਟੋਟਲੀ ਗਲਤ ਆ, ਕਿਉਂਕਿ ਸਾਡੇ ਰਿਸੋਰਸਿਸ ਆਫ ਪ੍ਰੋਡਕਸ਼ਨ ਜਿਹੜੇ ਇੰਪਲੋਇਮੈਂਟ ਵਾਲੇ, ਉਹ ਇੰਨੇ ਨਹੀਂ ਹੋ ਸਕਦੇ ਕਿ ਅਸੀਂ ਲੋਕਾਂ ਨੂੰ ਸਾਰੇ ਇੱਕ ਥਾਂ ਕੰਸਨਟ੍ਰੇਟ ਕਰਕੇ ਇੱਕ ਵੋਟ ਬੈਂਕ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਬਣਾ ਸਕੀਏ। ਤੇ ਇਹ ਬੁਰੀ ਤਰ੍ਹਾਂ ਇਹ ਪਾਲਿਸੀ ਫੇਲ। ਜੇ ਇਹ ਗੱਲ ਸਾਬਤ ਹੁੰਦੀ, ਮੈਂ ਇਹ ਗੱਲ ਖਤਮ ਸਾਬਤ ਇਹ ਠੀਕ ਹੁੰਦੀ, ਤੇ ਇਸ ਵੇਲੇ ਮਾਈਨੋਰਿਟੀ ਗਵਰਨਮੈਂਟ ਨਹੀਂ ਸੀ ਟਰੂਡੋ ਸਾਹਿਬ ਦੀ ਹੋਣੀ, ਮੈਜੋਰਟੀ ਗਵਰਨਮੈਂਟ ਹੋਣੀ ਸੀ। ਬਿਲਕੁਲ ਡਾਕਟਰ ਸਾਹਿਬ, ਉਹ ਤੇ ਚਲੋ ਪੋਲੀਟੀਕਲ ਗੱਲ ਹੈ ਨਾ। ਜੇ ਆਪਾਂ ਦੇਖੀਏ ਜਿਹੜੀਆਂ ਮੈਚੁਰ ਡੈਮੋਕ੍ਰੇਸੀ ਨੇ ਵਰਲਡ ਦੀਆਂ, ਆਪਾਂ ਉਹਨਾਂ ਦੇ ਵਿੱਚ ਹੀ ਆਉਂਦੇ ਹਾਂ। ਚੰਗੀ ਡੈਮੋਕ੍ਰੇਸੀ ਗਿਣੀ ਜਾਂਦੀ ਹੈ ਜਿੱਥੇ ਬਹੁਤ ਧਾਂਦਲੀ ਨਹੀਂ ਹੁੰਦੀ, ਕੋਈ ਗੜਬੜ ਨਹੀਂ ਹੁੰਦੀ, ਬੜਾ ਫੇਅਰ ਸਭ ਕੁਝ ਚੱਲਦਾ ਨਜ਼ਰ ਆਉਂਦਾ। ਕਿਤੇ ਨਾ ਕਿਤੇ ਤਰੀਕੇ ਮਾੜਾ ਮੋਟਾ ਹੁੰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਉਹਦੇ ਵਿੱਚ ਹੁਣ ਲੋਕੀ ਕਹਿਣ ਲੱਗ ਪਏ ਕਿ ਨੋਮੀਨੇਸ਼ਨ ਵਗੈਰਾ 'ਚ ਥੋੜ੍ਹਾ ਬਹੁਤੀ ਗੜਬੜ ਹੁੰਦੀ ਆ। ਉਹਦੇ ਵਿੱਚ ਵੀ ਕੁਝ ਕਾਰਨ ਨੇ, ਕੁਝ ਫੈਕਟਰ ਨੇ,
ਕੁਝ ਜਿਹੜੇ ਸਾਡੇ ਵਰਗੇ ਲੋਕ ਪਿੱਛੋਂ ਆਏ ਆਪਣੀ ਤਰ੍ਹਾਂ ਦੀ ਸੋਚ ਵੀ ਨਾਲ ਲੈ ਕੇ ਆਏ ਆ ਕਿ ਕਿੱਦਾਂ ਉੱਥੇ ਪਹੁੰਚਣਾ। ਉਹਨਾਂ ਦਾ ਟਾਰਗੇਟ ਇੱਕ ਉਹ ਉਸ ਚੇਅਰ ਨੂੰ ਫੜਨਾ ਹੁੰਦਾ, ਨਾ ਕਿ ਉਹਨਾਂ ਦਾ ਟਾਰਗੇਟ ਜਿਹੜਾ ਆ ਕੋਈ ਮਤਲਬ ਚੰਗੀ ਪੋਲਿਟਿਕਸ ਕਰਕੇ ਆਪਣੇ ਲੋਕਾਂ ਨੂੰ ਕੋਈ ਕੰਮ ਕਰਕੇ ਦੇਣਾ ਹੁੰਦਾ, ਜਾਂ ਤੇ ਉਹ ਆਪਣੀ ਜੌਬ ਸਿਕਿਉਰ ਕਰਨੀ ਹੁੰਦੀ ਹੈ, ਜਾਂ ਉਹ ਚੇਅਰ ਦੇ ਉੱਤੇ ਬਹਿ ਕੇ ਦੱਸਣਾ ਹੁੰਦਾ ਕਿ ਮੈਂ ਵੀ MPP ਹਾਂ। ਪਰ ਜਿਹੜੀਆਂ ਇੱਦਾਂ ਦੀਆਂ ਮੈਚਿਓਰ ਡੈਮੋਕ੍ਰੇਸੀ ਨੇ, ਡਿਵੈਲਪਡ ਕੰਟਰੀ ਜਿਹੜੇ ਆ, ਉਹਨਾਂ ਦੇ ਵਿੱਚ ਜਿਹੜੀ ਸਿਵਲ ਸੁਸਾਇਟੀ ਆ, ਮੈਂ ਪਹਿਲਾਂ ਇਹ ਪੁੱਛਣਾ ਫਿਰ ਰਿਲੀਜਨ ਨਾਲ ਵੀ ਆਉਂਦੇ ਆ, ਸਿਵਲ ਸੁਸਾਇਟੀ ਦਾ ਕਿੰਨਾ ਕੁ ਰੋਲ ਹੁੰਦਾ ਆ ਚੰਗੇ ਲਾ ਮੇਕਿੰਗ ਵਾਲੇ ਪਾਸੇ, ਜਾਂ ਕਿਤੇ ਨਾ ਕਿਤੇ ਐਜ ਏ ਪ੍ਰੈਸ਼ਰ ਗਰੁੱਪ ਕੰਮ ਕਰਕੇ ਸਰਕਾਰ ਨੂੰ ਸਹੀ ਦਿਸ਼ਾ ਵੱਲ ਰੱਖਣ ਲਈ? ਕਿਉਂਕਿ ਕਿਹਾ ਜਾਂਦਾ ਹੈ ਕਿ ਡੈਮੋਕ੍ਰੇਸੀ ਸਿਵਲ ਸੁਸਾਇਟੀ ਦਾ ਬਹੁਤ ਰੋਲ ਹੈ। ਜੀ ਇਸ ਗੱਲ ਦੇ ਉੱਤੇ ਮੈਨੂੰ, ਮੇਰਾ ਖਿਆਲ, ਮੈਂ ਇਸ ਤਰ੍ਹਾਂ ਸੋਚਦਾ ਕਿ ਜਿਹੜਾ ਪ੍ਰੈਸ਼ਰ ਗਰੁੱਪਸ ਆ ਦੇ ਆਰ ਵੈਰੀ ਇੰਪੋਰਟੈਂਟ, ਉਹਨਾਂ ਦੀ ਲੋੜ ਵੀ ਰਹਿੰਦੀ ਆ, ਔਰ ਉਹ ਪੋਲੀਟੀਕਲ ਪਾਰਟੀਆਂ ਦੀਆਂ ਜਾਂ ਸਰਕਾਰਾਂ ਦੀਆਂ ਅੱਖਾਂ ਖੋਲ੍ਹਦੇ ਰਹਿੰਦੇ। ਪਰ ਜੇ ਕੋਈ ਆਦਮੀ, ਜਿਸ ਤਰ੍ਹਾਂ ਤੁਸੀਂ ਬੜੀ ਅੱਛੀ ਤਰ੍ਹਾਂ ਦੱਸਿਆ ਕਿ MPP ਜਾਂ MP ਹੋ ਕੇ, ਅਸੀਂ ਐਕਸਪੈਕਟ ਕਰਦੇ ਹਾਂ ਪੱਛਮ ਦੇ ਵਿੱਚ ਕਿ MP ਜਿਹੜਾ ਜਾਂ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਉਹ ਉਸ ਵੇਲੇ ਬੈਠ ਕੇ ਛੋਟੇ ਲੈਵਲ ਤੇ ਨਾ ਸੋਚੇ, ਉਹ ਮੁਲਕ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਸੋਚੇ। ਹੁੰਦਾ ਇਹ ਆ ਕਿ ਇਦਾਂ ਨਹੀਂ ਹੁੰਦੀ ਇਹ ਆ ਗੱਲ ਕਿ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਸਾਡੇ ਲਈ ਜਦੋਂ ਮੈਂ ਫਰਜ਼ ਕਰੋ MP ਬਣ ਗਿਆ, ਤੇ ਉਸ ਵੇਲੇ MP ਦੇ ਤੌਰ ਤੇ ਨਾ ਮੈਂ ਕੰਜ਼ਰਵੇਟਿਵ ਹਾਂ ਤੇ ਨਾ ਮੈਂ ਲਿਬਰਲ ਹਾਂ। ਬੇਸ਼ੱਕ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਮੈਂ ਜੇ ਲਿਬਰਲ ਚੁਣਿਆ ਗਿਆ ਤੇ ਉਹਨਾਂ ਦਾ MP ਹੈ, ਪਰ ਜਦੋਂ ਗੌਰਮੈਂਟ ਦੇ ਹਿੱਤਾਂ ਦੀ ਗੱਲ ਕਰਨੀ ਆ ਤੇ ਫਿਰ ਮੈਂ ਕੈਨੇਡਾ ਐਜ਼ ਏ ਕੰਟਰੀ ਸੋਚਣਾ ਚਾਹੀਦਾ, ਤਾਂ ਕਿ ਅਸੀਂ ਉਹਦੀ ਆਰਥਿਕਤਾ ਨੂੰ ਦੇਖੀਏ। ਹੁੰਦਾ ਇਹ ਆ ਕਿ ਅਸੀਂ ਕੀ ਕਰਦੇ ਕਿ ਸਾਡਾ, ਮੈਂ ਨਿੱਕੀ ਜਿਹੀ ਮਿਸਾਲ ਦਿੰਦਾ ਕਿ ਸਾਡੇ ਸੋਚ ਇਸ ਤਰ੍ਹਾਂ ਦੀ ਹੈ। ਜਦੋਂ ਅਸੀਂ ਇੱਕ MP ਨੂੰ ਮਿਲਣ ਜਾਂਦੇ ਜਾਂ ਜਦੋਂ ਸਾਡੇ ਕੋਲ ਵੋਟ ਲੈਣ ਆਉਂਦੇ, ਤਾਂ ਅਸੀਂ ਇਹ ਕਹਿੰਦੇ, ਲਓ ਜੀ ਸਾਡੇ ਉੱਥੋਂ ਬਜ਼ੁਰਗਾਂ ਨੇ ਆਉਣਾ ਸੀ, ਉਹਨਾਂ ਨੂੰ ਤਾਂ ਬਹੁਤ ਦੇਰ ਲੱਗ ਗਈ, ਤੁਸੀਂ ਉੱਥੇ ਸਾਡੇ ਲਈ ਉਹਦੇ ਕੀ ਕੀਤਾ। ਲਓ ਜੀ ਮੇਰੇ ਬੇਟੇ ਦੀ ਸ਼ਾਦੀ ਹੋਈ ਸੀ, ਉਹਦੀ ਵਾਈਫ ਨੂੰ ਆਉਣ ਲੱਗਿਆ ਇਸ ਵੇਲੇ 3 ਸਾਲ ਹੋ ਗਿਆ ਜੇ ਆਈ ਨਹੀਂ ਨਾ। ਇਹ ਜਿਹੜੀਆਂ ਗੱਲਾਂ ਹੈਗੀਆਂ, ਇਹ ਨਿੱਜੀ ਤੌਰ ਤੇ ਸਾਡੇ ਨਾਲ ਤਾਲੁਕ ਰੱਖਦੀਆਂ, ਇਹਨਾਂ ਦਾ ਆਰਥਿਕਤਾ ਦੇ ਉੱਤੇ ਕੋਈ ਚੰਗਾ ਪ੍ਰਭਾਵ ਨਹੀਂ ਪੈਂਦਾ। ਆਰਥਿਕ ਤੌਰ ਤੇ ਇੱਕ MP ਦੀ ਸੋਚ ਇਹ ਹੋਣੀ ਚਾਹੀਦੀ ਕਿ ਮੈਂ ਮੁਲਕ ਦੇ ਬੜਾਵੇ ਲਈ, ਉਹਦੀ ਆਰਥਿਕਤਾ ਲਈ, ਉਹਦੀ ਸਿਕਿਉਰਿਟੀ ਲਈ, ਜਾਂ ਇੰਟਰਨੈਸ਼ਨਲ ਲੈਵਲ ਤੇ ਉਹਦਾ ਕੀ ਪੱਧਰ ਆ, ਉਹਦੇ ਲਈ ਮੈਂ ਵਰਕ ਕਰਾਂ ਜੀ। ਸੋ ਡਾਕਟਰ ਸਾਹਿਬ, ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜਾ ਆਮ ਨਾਗਰਿਕ ਆ, ਆਪਣੇ ਵਰਗਾ ਸਿਟੀਜ਼ਨ ਆ, ਜਿਹੜਾ ਪੋਲਿਟਿਕਸ ਵੀ ਨਹੀਂ ਗਾ ਜਾਂ ਕਿਸੇ ਉਸ ਤਰ੍ਹਾਂ ਦੇ ਥਾਂ ਤੇ ਨਹੀਂ ਹੈ ਜਿੱਥੇ ਉਹ ਕੋਈ ਪਾਵਰਫੁਲ ਰੋਲ ਅਦਾ ਕਰ ਸਕਦਾ ਹੋਵੇ, ਸਵਾਏ ਉਹ ਆਪਣੇ ਕੰਮਕਾਰ ਤੇ ਆਪਣਾ ਟੱਬਰ ਪਾਲਦਾ ਆ, ਤੇ ਨਾਲ ਦੀ ਨਾਲ ਉਹ ਇਸ ਸਿਸਟਮ ਦਾ ਹਿੱਸਾ ਜ਼ਰੂਰ ਆ ਵੋਟਰ ਦੇ ਤੌਰ ਤੇ, ਉਹਦੀਆਂ ਜਿਹੜੀਆਂ ਉਹਦੀਆਂ ਸਮੱਸਿਆਵਾਂ ਤੇ ਫਿਰ ਇਦਾਂ ਦੀਆਂ ਹੋਣਗੀਆਂ ਨਾ ਜਿਹੜੀਆਂ ਤੁਸੀਂ ਗਿਣਾਈਆਂ ਕਿ ਮੇਰੀ ਉਹ ਨਹੀਂ ਆਇਆ। ਉਹ ਜੇ ਸਿਸਟਮ ਦੇ ਵਿੱਚ ਕੋਈ ਲੂਪਹੋਲ ਨਾ ਹੋਣ, ਸਾਰਾ ਕੁਝ ਨਾਰਮਲ ਚੱਲਦਾ ਹੋਵੇ। ਆਪਾਂ ਦੇਖ ਰਹੇ ਹਾਂ ਨਾ ਪਿਛਲੇ ਸਮੇਂ ਤੋਂ, ਕਦੀ ਤੇ ਲੋਟਰੀ ਸਿਸਟਮ ਹੋ ਜਾਂਦਾ, ਕਦੀ ਇੱਕੋ ਦਿਨ ਹੀ ਕਹਿੰਦੇ ਵੀ ਅੱਜ ਤੁਸੀਂ ਜਿੰਨੇ ਅਪਲਾਈ ਕਰ ਸਕਦੇ ਹੋ ਕਰ ਲਓ, ਕਦੀ ਕਿਸ ਤਰ੍ਹਾਂ ਦਾ ਸਿਸਟਮ ਬਣ ਜਾਂਦਾ। ਯਾਨੀ ਕਿ ਸਟੇਬਿਲਿਟੀ ਤੇ ਉੱਥੇ ਵੀ ਕਿਤੇ ਨਹੀਂ ਨਾ। ਜਿਹੜੇ ਲਾ ਮੇਕਰ ਨੇ ਉਹਨਾਂ ਨੇ ਕੋਈ ਇਦਾਂ ਦਾ ਲਾ ਫਿਕਸ ਤੇ ਨਹੀਂ ਨਾ ਕੀਤੇ ਹੋਏ ਵੀ ਹਰ ਇੱਕ ਨੂੰ ਇਨਸਾਫ ਮਿਲੇਗਾ। ਮਿਸਾਲ ਦੇ ਤੌਰ ਤੇ ਪਹਿਲਾਂ ਹੁੰਦਾ ਸੀ ਸਿਨੋਰਟੀ ਨਾਲ, ਜੇ ਕੋਈ ਬੰਦਾ ਆਇਆ ਤੇ ਜੇ ਉਹਦੇ ਪੇਰੈਂਟਸ ਨੇ ਆਉਣਾ, ਜਿਹੜਾ ਬੰਦਾ ਪਹਿਲੋਂ ਆਇਆ ਉਹਨੂੰ ਪਹਿਲੋਂ ਮਿਲਦਾ ਸੀ। ਬਾਅਦ 'ਚ ਇਹਨਾਂ ਲੋਟਰੀ ਸਿਸਟਮ ਕਰਤਾ, ਬਾਅਦ 'ਚ ਇੱਕ ਇਹਨਾਂ ਨੇ ਉਹਨੂੰ ਸੁਪਰ ਵੀਜ਼ੇ 'ਚ ਕਨਵਰਟ ਕਰਤਾ। ਉਸ ਤੋਂ ਵੀ ਅੱਗੇ ਚੱਲ ਕੇ ਇੱਕ ਦਿਨ ਖੁੱਲ੍ਹ ਗਿਆ ਜੀ ਇੰਨੇ ਘੰਟਿਆਂ ਲਈ, ਉਸ ਦਿਨ ਸਾਰੀਆਂ ਵੈਬਸਾਈਟ ਕਰੈਸ਼ ਹੋ ਜਾਂਦੀਆਂ, ਲੋਕ ਸਾਰੇ ਧੜਾ ਧੜ ਕਰਨ ਲੱਗ ਪੈਂਦੇ ਅਪਲਾਈ। ਤੇ ਜਿਹੜੇ ਬੰਦੇ ਤੇਜ਼ ਤਰਾਰ ਨੇ ਜਾਂ ਜਿਹੜੇ ਕੋਈ ਪੈਸੇ ਖਰਚ ਕੇ ਕੋਈ ਏਜੰਸੀਆਂ ਦੀ ਮਦਦ ਨਾਲ ਉਹ ਕੰਮ ਕਰ ਸਕਦੇ ਆ, ਉਹਨਾਂ ਦੇ ਪੇਰੈਂਟਸ ਤੇ ਆ ਜਾਂਦੇ ਆ, ਤੇ ਜਿਹੜੇ ਸਧਾਰਨ ਵਿਅਕਤੀ ਹੋ ਰਹਿ ਜਾਂਦੇ। ਫਿਰ ਲੋਕ ਕਿੱਥੇ ਜਾਣ? ਲੋਕਾਂ ਤੇ ਫਿਰ ਨਿੱਕੇ ਨਿੱਕੇ ਇਹੋ ਜਿਹੇ ਕੰਮ ਕਰਾਉਣੇ ਆ ਨਾ ਜੀ। ਗਿਰ ਸਾਹਿਬ ਜੀ, ਤੁਹਾਡੀ ਗੱਲ ਬੜੀ ਗਹਿਰੀ ਹੈ ਔਰ ਬੜੀ ਸੋਹਣੀ ਹੈ। ਉਹਦੇ ਵਿੱਚ ਇਹ ਕਿ ਜਦੋਂ ਲੋਕ ਇੱਥੇ ਆਏ ਜਾਂਦੇ, ਹੁਣ ਦੇਖੋ ਆਪਾਂ ਗੱਲ ਕਰ ਰਹੇ ਸੀ ਜਿਹੜੇ ਲੋਕ ਇੱਥੇ ਆਉਂਦੇ ਬਾਹਰੋਂ, ਆਪਾਂ ਦੋਨੋਂ ਇਸ ਗੱਲ ਤੇ ਐਗਰੀ ਕਰਦੇ ਹਾਂ। ਅਸੀਂ ਕੋਈ ਐਸੀ ਗੱਲ ਨਹੀਂ ਹੈਗੀ ਕਿ ਅਸੀਂ ਇਮੀਗ੍ਰੈਂਟ ਦੇ ਖਿਲਾਫ ਹਾਂ, ਪਰ ਤੁਸੀਂ ਤੇ ਮੈਂ ਜਾਂ ਹੋਰ ਸਾਰੇ ਲੋਕ ਜਿਹੜੇ ਸਾਡੇ ਵਰਗੀ ਸੋਚ ਰੱਖਦੇ ਆ, ਉਹ ਇਹ ਜ਼ਰੂਰ ਸੋਚਦੇ ਕਿ ਅਸੀਂ ਮੁਲਕ ਦੇ ਬੜਾਵੇ ਲਈ ਜਾਂ ਉਹਨੂੰ ਅਮੀਰ ਜਾਂ ਉਹਨੂੰ ਵੱਡਾ ਕਰਨ ਲਈ ਇਸ ਤਰ੍ਹਾਂ ਸੋਚੀਏ ਕਿ ਉਹ ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੀ ਇਨਪੁਟ ਕੀ ਹੈ ਉਹਦੇ 'ਚ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਮਿਸਾਲ ਦਿੰਦਾ ਸਟੂਡੈਂਟਸ ਦੀ। ਇਸ ਵੇਲੇ 3 ਲੱਖ ਤੋਂ ਵੱਧ ਸਟੂਡੈਂਟ ਇੱਥੇ ਹਰ ਸਾਲ ਆਉਂਦਾ, ਦਿੱਲੀ ਤੋਂ ਲੈ ਕੇ ਖਾਸ ਕਰਕੇ ਪੰਜਾਬ ਸਾਈਡ ਵੱਲ ਆਪਣੇ ਏਰੀਆ ਦੇ ਵਿੱਚੋਂ। ਹੁਣ ਇੱਥੇ ਜਿਹੜੇ ਉਹ ਸਟੂਡੈਂਟ ਆਉਂਦੇ ਆ,
ਉਹਨਾਂ ਦੀ ਵੀ ਜਿਹੜੀ ਉਹ ਅੰਕੜਿਆਂ ਦੀ ਗੱਲ ਤੁਸੀਂ ਉਹ ਆਰਥਿਕ ਵਿਦਵਾਨ ਹੋਰਾਂ ਨਾਲ ਜਿਹੜੀ ਗੱਲ ਮੈਨੂੰ ਨਾ ਭੁੱਲ ਗਿਆ ਜਿਹੜੀ ਤੁਸੀਂ ਗੱਲ ਕਰ ਰਹੇ, ਜੇ ਉਹ ਇੱਥੇ ਆ ਜਾਂਦੇ ਆ ਪਹਿਲਾਂ ਤਾਂ ਉਹ ਲੱਖਾਂ ਲੱਖਾਂ ਰੁਪਏ ਜਾਂ ਥਾਊਜ਼ੈਂਡਸ ਆਫ ਡਾਲਰ ਖਰਚ ਕੇ ਇੱਥੇ ਫੀਸ ਦਿੰਦੇ ਨੇ। ਜੇ ਉਹ ਇੱਥੇ ਨਾ ਆਉਣ ਤੇ ਇਹਨਾਂ ਦੇ ਕਾਲਜ ਬੰਦ ਹੋ ਜਾਣੇ, ਵੀ ਗੱਲ ਮੈਂ ਸਾਫ਼ ਕਹਿਣਾ ਚਾਹੁੰਦਾ। ਜੇ ਉਹ ਇੰਨਾ ਖਰਚਾ ਕਰਕੇ ਆਉਂਦੇ ਆ ਤਾਂ ਫਿਰ ਲਾਅ ਜਿਹੜਾ ਉਹਨਾਂ ਦੀ ਇਮੀਗ੍ਰੇਸ਼ਨ ਲਈ ਇਹਨਾਂ ਨੇ ਮੁਸ਼ਕਲ ਨਹੀਂ ਕੀਤਾ। ਦੇਖਣ ਨੂੰ ਉਹ ਆਸਾਨ ਲੱਗਦਾ, ਪਰ ਉਹਨੂੰ ਕੰਪਲੈਕਸ ਇੰਨਾ ਕੀਤਾ ਹੋਇਆ ਕਿ ਜੇ ਇੱਕ ਸਟੂਡੈਂਟ, ਫਸਟ ਕਰੋ ਮੈਂ ਐਜ਼ ਅ ਸਟੂਡੈਂਟ ਇੱਥੇ ਆਇਆ, ਮੈਂ 2 ਸਾਲ ਆਪਣੇ ਪੂਰੇ ਕਰਨ ਦੇ ਬਾਅਦ ਲਾਅ ਇਹ ਕਹਿੰਦਾ ਕਿ ਤੂੰ ਪ੍ਰੂਵ ਕਰਕੇ ਤੇਰੇ ਕੋਲ ਲਾਇਬਲ ਇੱਕ ਸੋਹਣੀ ਜੌਬ ਆ, ਤੂੰ ਕਿੰਨਾ ਟੈਕਸ ਦਿੰਦਾ, ਜੇ ਉਸ ਲੈਵਲ ਤੇ ਤੂੰ ਆਉਣਾ ਤੇ ਅਸੀਂ ਤੇਰੀ ਇਮੀਗ੍ਰੇਸ਼ਨ ਅਪਰੂਵ ਕਰਦੇ ਹਾਂ। ਉਹਦੇ ਵਿੱਚ ਜਿਹੜੇ ਹੁਣ ਸਕੈਮ ਕਰਨ ਵਾਲੇ ਲੋਕ ਬੈਠੇ, ਮੇਰੇ ਕੋਲ ਇੱਕ ਹੁਣੇ ਜਿਹਾ ਕੇਸ ਆਇਆ ਐਂਡ ਆਮ ਵੈਰੀ ਮਚ ਡਿਸਟਰਬਡ ਅਬਾਊਟ ਦੈਟ ਕਿ ਉਹਦੀ ਮੈਂ ਕਿਵੇਂ ਮਦਦ ਕਰਾਂ, ਕਿਉਂਕਿ ਚਰਚ ਦਾ ਸਾਡਾ ਇੱਕ ਫੰਕਸ਼ਨ ਹੁੰਦਾ ਕਿ ਅਸੀਂ ਇਹ ਲੋਕਾਂ ਦੀ ਮਦਦ ਕਰੀਏ। ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਲੀਗਲ ਜਿਹੜੇ ਕੰਸਲਟੈਂਟ ਹੈ ਉਹਦੇ ਕੋਲੋਂ ਗਿਆ, ਪਹਿਲਾਂ ਤਾਂ ਉਹਨੇ ਚਮੜੀ ਲਈ ਚੰਗੀ ਰੱਖ ਕੇ ਪੈਸੇ ਉਹਦੇ ਕੋਲ $30,000 ਲੈ ਲਿਆ। ਸੈਕਿੰਡ, ਉਹਨੂੰ ਇਹ ਕਿਹਾ ਕਿ ਤੇਰੀ ਇਮੀਗ੍ਰੇਸ਼ਨ ਮੈਂ ਇੱਕ ਖਾਸ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਖਾਸ ਬੰਦਿਆਂ ਦੇ ਕੋਲ ਤੈਨੂੰ ਇੱਕ ਜੌਬ ਲੈਟਰ ਲੈ ਦਿਆਂਗੇ, ਉਸ ਲੈਟਰ ਦੇ ਵਿੱਚ ਫਿਰ ਜਿਹੜਾ ਤੂੰ ਉਹਦੇ 'ਚ ਟੈਕਸ ਦੇਣਾ ਉਹ ਵੀ ਤੂੰ ਦੇਣਾ, ਤੇ ਤੈਨੂੰ ਵਰਕ ਪਰਮਿਟ ਲੈ ਦਿੰਦੇ ਤੇ ਨਾਲੇ ਅਪਲਾਈ ਕਰ ਲੈ। ਦੇਖੋ ਇਹ ਇੰਨਾ ਕੰਪਲੈਕਸ ਬਣਾਤਾ ਔਰ ਇਹਦੇ 'ਚ ਲੁੱਟ ਆ ਕਿ ਉਹਦਾ ਹੁਣ ਜੇ ਆਇਆ ਹੀ ਆਇਆ ਜਿਹੜਾ ਵਰਕ ਪਰਮਿਟ, ਤੇ ਉਹਨਾਂ ਨੇ ਪਹਿਲਾਂ ਦਬਾ ਰੱਖਿਆ 2-3 ਮਹੀਨੇ ਤੇ 2 ਸਾਲ ਤੇ ਅਪਲਾਈ ਨਹੀਂ ਕੀਤਾ। ਜੇ ਕੀਤਾ ਤੇ ਉਦੋਂ ਅਪਲਾਈ ਕੀਤਾ ਜਦੋਂ ਉਹਨੂੰ ਐਕਸਪਾਇਰ ਹੋਣ ਦੇ ਵਿੱਚ ਉਹਦੇ 1 ਮਹੀਨਾ ਰਹਿੰਦਾ ਸੀ। ਹੁਣ 1 ਮਹੀਨੇ ਦਾ ਹੀ ਉਹਨੂੰ ਵੀਜ਼ਾ ਮਿਲਣਾ ਸੀ, ਵਰਕ ਪਰਮਿਟ। ਹੁਣ ਦੁਬਾਰਾ ਜਦੋਂ ਅਪਲਾਈ ਕਰੇਗਾ ਤਾਂ ਦੁਬਾਰਾ ਫਿਰ ਉਹਨੂੰ ਪੈਸੇ ਲੈਣਗੇ। ਇਹ ਸਿਲਸਿਲਾ ਜਿਹੜਾ ਹੈ ਇਹ ਗੌਰਮੈਂਟ ਨੂੰ ਬੰਦ ਕਰਨਾ ਚਾਹੀਦਾ ਹੈ। ਇੱਕ ਸਟੂਡੈਂਟ, ਭਾਵੇਂ ਲੜਕੀ ਹੈ ਜਾਂ ਲੜਕਾ, ਜਿਹੜੇ ਇੱਥੇ ਆਉਂਦੇ ਆ ਤੇ ਜਿਹੜੇ ਇੱਥੇ ਇੱਕ ਸਕਿਲਡ ਲੇਬਰ ਸਾਡੇ ਲਈ ਸਾਬਤ ਹੋ ਸਕਦਾ, ਸਾਡਾ ਟੈਕਸ ਸਾਨੂੰ ਦੇਣ ਵਾਲੇ, ਸਾਡੇ ਉਹ ਐਸੇ ਬੰਦੇ ਆ ਜਿਹੜੇ ਗੌਰਮੈਂਟ ਦੇ ਅਮੀਰ ਹੋਣ ਦੇ ਵਿੱਚ, ਦੇਸ਼ ਦੇ ਅਮੀਰ ਹੋਣ ਦੇ ਵਿੱਚ ਸਾਡੀ ਮਦਦ ਕਰ ਸਕਦੇ। ਉਹਨਾਂ ਲੋਕਾਂ ਨੂੰ ਸਟੇਟ ਵਿੱਚ ਜਦੋਂ ਇੱਥੋਂ ਆਪਣੀ ਟ੍ਰੇਨਿੰਗ ਕਰਕੇ ਖਤਮ ਕਰਦੇ ਆ, ਤੁਸੀਂ ਪਾਗਲ ਆ ਕਿ ਤੁਸੀਂ ਇੰਨੇ ਬੰਦਿਆਂ ਨੂੰ ਇੱਥੇ ਰੱਖ ਕੇ ਸਕਿਲਡ ਲੇਬਰ ਕ੍ਰੀਏਟ ਕਰਕੇ ਉਹਨਾਂ ਕੋਲ ਜਾਓ, ਇੱਥੋਂ ਤੁਸੀਂ ਉਹਨਾਂ ਨੂੰ ਜੌਬ ਦਿਓ, ਇਮੀਡੀਏਟਲੀ ਦਿਓ। ਤੇ ਇਹ ਜਿਹੜੇ ਸਕੈਮ ਕਰਨ ਵਾਲੇ ਲੋਕ ਆ, ਇਸ ਕਿਸਮ ਦੇ ਜਿਹੜੇ ਆਪਣੇ ਆਪ ਨੂੰ ਲੀਗਲ ਕੰਸਲਟੈਂਟ ਕਹਿੰਦੇ, ਉਹਨਾਂ ਨੂੰ ਬਚਾਓ। ਵਿਚਾਰੇ ਤੜਫ ਰਹੇ ਆ। ਜੇ ਉਹ $15 ਤੇ ਲੱਗੇ ਤੇ ਉਹਨੂੰ $7 ਤਾਂ ਹੀ ਮਿਲਦਾ, ਬਾਕੀ ਦੇ ਸਾਰੇ ਜਿਹੜੇ ਸਕੈਮਰ ਹੈ ਉਹਦੇ 'ਚ ਕੱਟ ਕੇ ਲੈ ਜਾਂਦੇ। ਤੋ ਇਹ ਇੱਕ ਸਲੇਵਿਸ਼ ਟਾਈਪ ਆਫ ਮੈਂਟੈਲਿਟੀ ਆ। ਆਮ ਟੇਕਿੰਗ ਇਟ ਔਨ ਅ ਵੈਰੀ ਹਾਈ ਲੈਵਲ ਤਾਂ ਕਿ ਗੌਰਮੈਂਟ ਨੂੰ ਪਤਾ ਲੱਗੇ। ਤਾਂ ਆਮ ਗੋਇੰਗ ਟੂ ਵਿਦ ਯੂਰ ਹੈਲਪ, ਆਮ ਗੋਇੰਗ ਟੂ ਗੈਟ ਸਮ ਪਰਸਨ to help us ਕਿ ਉਹਨਾਂ ਦੀ ਅਸੀਂ ਸੀਕ੍ਰੇਟ ਤਰੀਕੇ ਨਾਲ ਉਹਨਾਂ ਦਾ ਪਤਾ ਕਰੀਏ ਕਿ ਉਹ ਕੀ ਕਰਦੇ ਤੇ ਕਿੱਦਾਂ ਸਟੂਡੈਂਟ ਲੁੱਟਦੇ। ਉਹ ਵਿਚਾਰੇ ਦਿਨ ਰਾਤ ਤੜਫਦੇ ਰਹੇ ਕੰਮ ਕਰਦੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਪੁਆਇੰਟ ਆਊਟ ਤੇ ਸਹੀ ਕੀਤਾ, ਪਰ ਕਿਹਾ ਜਾਂਦਾ ਹੈ ਕਿ ਜਿਹੜਾ ਸਾਡਾ ਕੈਨੇਡੀਅਨ ਸਿਸਟਮ ਹੈ ਇਹ ਬੜਾ ਟਰਾਂਸਪੇਰੈਂਟ ਹੈ। ਜਿੰਨੀਆਂ ਵੀ ਲੋਕ ਇੱਥੇ ਸਰਵਿਸਿਜ਼ ਦਿੰਦੇ ਨੇ, ਚਾਹੇ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਹੋਣ, ਚਾਹੇ ਫਾਈਨਾਂਸ ਦੀਆਂ ਹੋਣ, ਚਾਹੇ ਕੋਈ ਹੋਰ ਸਰਵਿਸਿਜ਼ ਹੋਣ, ਰੀਅਲ ਸਟੇਟ ਦੀਆਂ ਹੋਣ, ਉਹਨਾਂ ਦੀਆਂ ਰੈਗੂਲੇਟਰੀ ਬੋਡੀ ਤੇ ਹੈ ਨੇ ਜਿਹੜੀਆਂ ਕਾਫੀ ਐਕਟਿਵਲੀ ਵੀ ਕੰਮ ਕਰਦੀਆਂ ਨੇ। ਬਹੁਤ ਸਾਰੇ ਕੇਸਿਸ ਜਦੋਂ ਫੜੇ ਜਾਂਦੇ ਆ ਤੇ ਫਿਰ ਬੰਦੇ ਦਾ ਉਹ ਲਾਇਸੈਂਸ ਵਗੈਰਾ ਕਰਕੇ ਉਹਨੂੰ ਘਰ ਭੇਜਿਆ ਜਾਂਦਾ। ਐਡੀ ਗੱਲ ਵੀ ਨਹੀਂ ਹੈ, ਹੁੰਦਾ ਤੇ ਇਦਾਂ ਹੀ ਆ। ਪਰ ਇਹਦੇ ਵਿੱਚ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਫਿਰ ਵੀ ਕੋਈ ਨਾ ਕੋਈ ਇਕਾਈ ਤੇ ਕਿਤੇ ਨਾ ਕਿਤੇ ਰਹਿ ਹੀ ਜਾਂਦੀ ਆ। ਤੇ ਜਿਹੜੇ ਬੰਦੇ ਇੱਦਾਂ ਦੀ ਗੱਲ ਵੀ ਦੱਸਦੇ ਆ, ਜਿੱਦਾਂ ਤੁਸੀਂ ਕਿਹਾ, ਜਿਹਨੂੰ ਲਿਮੀਆ ਸ਼ਬਦ ਵਰਤਦੇ ਆ ਇਮੀਗ੍ਰੇਸ਼ਨ ਵਾਲੇ, ਉਹਦੀ ਬੜੀ ਵੱਡੀ ਲੁੱਟ ਤੇ ਹੁੰਦੀ ਰਹੀ ਆ ਪਿਛਲੇ ਸਮੇਂ ਤੋਂ। ਪਰ ਮੈਨੂੰ ਲੱਗਦਾ ਹੈ ਕਿ ਜੇ ਸਟੂਡੈਂਟ ਆਪਣੀ ਪੜ੍ਹਾਈ ਪੂਰੀ ਕਰਕੇ 2 ਸਾਲ ਦਾ ਵਰਕ ਪਰਮਿਟ ਲੈ ਕੇ ਤਰੀਕੇ ਨਾਲ ਜਾਂਦਾ ਹੈ ਤੇ ਉੱਥੇ ਫਿਰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਕਿਤੇ ਨਾ ਕਿਤੇ ਕਮੀ ਗਲਤੀ ਆਪਣੇ ਉਹ ਬੱਚਿਆਂ ਦੀ ਵੀ ਰਹਿ ਜਾਂਦੀ ਆ ਕਿ ਉਹ ਉਹਨਾਂ ਚੀਜ਼ਾਂ ਨੂੰ ਕੁਆਲੀਫਾਈ ਨਹੀਂ ਕਰਦੇ, ਤਾਂ ਜਿਹੜੇ ਬਲੈਕਮੇਲਰ ਨੇ ਫਿਰ ਉਹਨਾਂ ਨੂੰ ਅੱਗੇ ਚੱਲ ਕੇ ਬਲੈਕਮੇਲ ਕਰਦੇ ਆ। ਇਹ ਵੀ ਇੱਕ ਗੱਲ ਜਿਹੜੀ ਉਹ ਕਈ ਵਾਰ ਸਾਹਮਣੇ ਆਉਂਦੀ ਆ। ਹਾਂ, ਪਰ ਮੇਰਾ ਮਤਲਬ ਇਹ ਹੈ ਕਿ ਇਹਨੂੰ ਜੇ ਸਟੇਟ ਅਪ ਕੀਤਾ ਜਾਏ। ਜੀ, ਤੁਸੀਂ ਤਾਂ ਸ਼ਬਦ ਵਰਤਿਆ, ਤੁਸੀਂ ਟਰਾਂਸਪੇਰੈਂਟ, ਬੜੀ ਸੋਹਣੀ ਗੱਲ ਹੈ। ਜੇ ਟਰਾਂਸਪੇਰੈਂਟ, ਉਸ ਟਰਾਂਸਪੇਰੈਂਸੀ ਨੂੰ ਛੱਡ ਕੇ ਟਰਾਂਸਲੂਸੈਂਟ ਵੀ ਨਹੀਂ, ਤਾਂ ਉਹ ਓਪੇਕ ਹੈ, ਉਹਦੇ ਵਿੱਚ ਦੀ ਤਾਂ ਕਿਰਨ ਲੰਘ ਹੀ ਨਹੀਂ ਸਕਦੀ। ਇੰਨਾ ਮੁਸ਼ਕਿਲ ਉਹਨਾਂ ਨੇ ਕੀਤਾ ਹੋਇਆ। ਮੇਰੇ ਕੋਲ ਖਾਲਸਾ ਫਰਨੀਚਰ ਵਾਲਿਆਂ ਨੇ, ਮੈਂ ਆਮ ਤੌਰ 'ਤੇ ਬੈਠਦਾ, ਤੁਸੀਂ ਜਾਣਦੇ ਹੀ ਹੋ, ਪਰ ਮੇਰੇ ਕੋਲ ਜਿਹੜੀਆਂ ਉੱਥੇ ਸ਼ਿਕਾਇਤਾਂ ਆਉਂਦੀਆਂ ਇਸ ਕਿਸਮ ਦੀਆਂ ਆਉਂਦੀਆਂ ਕਿ ਬੱਚੇ ਜਿਹੜੇ ਇੱਥੇ, ਦੇਖੋ ਜਿਹੜੇ ਕੁਆਲੀਫਾਈਡ ਬੱਚੇ,
ਇੱਥੇ ਮੈਂ 3-4 ਨਰਸਿਸ ਨੂੰ ਉਹਨਾਂ ਨੂੰ ਜਾਣਦਾ ਜਿਹੜੀਆਂ ਵਿਚਾਰੀਆਂ BSc ਕਰਕੇ ਆਈਆਂ। ਉਹ ਭਾਈਓ ਉਹਨਾਂ ਨੂੰ ਤੁਸੀਂ ਲਾਓ ਕੰਮ ਤੇ। ਇੱਕ ਪਾਸੇ ਤਾਂ ਤੁਸੀਂ ਪਿੱਟਣ ਡਏ ਹੋ ਕਿ ਸਾਡੇ ਕੋਲ ਸਟਾਫ ਹੈ ਨਹੀਂ, ਤੁਸੀਂ ਉਹਨਾਂ ਨੂੰ ਇੱਕ ਕੁਆਲੀਫਾਈਡ RN ਨਰਸ ਉਹਦੇ ਅੰਡਰ ਲਾਓ, ਉਹਨਾਂ ਨੂੰ ਉੱਥੇ ਲਾ ਕੇ ਬੇਸ਼ੱਕ ਘੱਟ ਪੈਸੇ ਦਿਓ, ਔਰ ਉਹਨਾਂ ਨੂੰ ਅਪਰਚੁਨਿਟੀ ਦਿਓ ਕਿ ਔਨ ਦਾ ਜੌਬ ਤੁਸੀਂ ਇਹਨੂੰ ਪਾਸ ਕਰਕੇ ਸਾਡੇ ਲਈ ਯੂਜ਼ਫੁਲ ਪੈਦਾ ਸਾਬਤ ਹੋ ਸਕਦੇ ਹੋ। ਇਸੇ ਤਰ੍ਹਾਂ ਸਾਡੇ ਡਾਕਟਰ ਆ, ਮੈਂ ਇੱਕ ਡਾਕਟਰ ਨੂੰ ਜਾਣਦਾ 4 ਸਾਲ ਤਾਂ ਹੋ ਗਏ ਵਿਚਾਰੇ ਨੂੰ ਇੱਥੇ, ਉਹਨੂੰ ਰੈਜ਼ੀਡੈਂਸੀ ਕਰਨ ਦਾ ਟਾਈਮ ਨਹੀਂ ਲੱਗਾ। ਹੁਣ ਜੇ ਲੱਗਾ ਹੀ ਲੱਭਾ ਤਾਂ ਲੱਭਾ ਹੀ ਲੱਭਾ ਤਾਂ ਉਹਨੂੰ ਉਹ ਕਹਿੰਦੇ ਕਿ ਤੇਰਾ ਤਾਂ ਹੁਣ ਆਊਟ ਆਫ ਟੱਚ ਹੋਇਆ 4 ਸਾਲ ਦੇ ਬਾਅਦ, ਤੂੰ ਰਿਫਰੈਸ਼ਰ ਕੋਰਸ ਕਰ ਰਹੀ। ਮੇਰਾ ਮਤਲਬ ਹੈ ਕਿ ਇਹ ਟਰਾਂਸਪੇਰੈਂਸੀ ਛੱਡ ਕੇ ਇਹਨਾਂ ਤੱਕ ਛੱਡੇ ਹੀ ਕੁਛ ਨਹੀਂ, ਉਹਨੂੰ ਸਾਫ਼ ਕਰੋ। ਸਾਡੀਆਂ ਪ੍ਰੋਬਲਮਸ ਹੈ ਨਹੀਂ ਜਿੰਨੀਆਂ ਕਿ ਅਸੀਂ ਪੈਦਾ ਕੀਤੀਆਂ ਹੋਈਆਂ। ਔਰ ਮੈਂ ਦੁਨੀਆ ਦੇ ਲੈਵਲ ਤੇ ਵੀ ਕਹਾਂਗਾ ਕਿ ਆਉਣ ਵਾਲੀ ਵਕਤ 'ਚ ਆਪਾਂ ਜੇ ਗੱਲ ਕਰਾਂਗੇ ਇਹਦੇ ਉੱਤੇ ਵੀ, ਸ਼ਾਇਦ ਅੱਜ ਹੀ ਕਰ ਸਕੀ ਜੇ ਵਕਤ ਹੋਇਆ, ਕਿ ਦੁਨੀਆ 'ਚ ਮੈਂ ਇਹ ਕਹਿੰਦਾ ਹੁੰਦਾ ਕਿ ਗਰੀਬੀ ਹੈ ਨਹੀਂ, ਇਹ ਕ੍ਰੀਏਟ ਕੀਤੀ ਹੋਈ ਹੈ। ਇਸੇ ਤਰ੍ਹਾਂ ਸਾਡੇ ਵੀ ਇੱਥੇ ਕੋਈ ਐਸੀ ਗੱਲ ਹੈ ਨਹੀਂ ਕਿ ਸਾਡੇ ਕੋਲ ਜੌਬਸ ਹੈ ਨਹੀਂ ਜਾਂ ਅਸੀਂ ਗਰੀਬ ਆ। ਗਰੀਬੀ ਮੱਲੋ-ਮੱਲੀ ਕ੍ਰੀਏਟ ਕੀਤੀ ਹੋਈ ਹੈ। ਲੋਕਾਂ ਨੂੰ ਜੌਬ ਦੇਣ, ਆਪੇ ਪੈਸੇ ਇਕੱਠੇ ਕਰਨਗੇ, ਗਵਰਨਮੈਂਟ ਵੀ ਅਮੀਰ ਹੋਊਗੀ, ਆ ਵੀ ਅਮੀਰ ਬਣਨਗੇ। ਹਾਂ ਬਿਲਕੁਲ ਡਾਕਟਰ ਸਾਹਿਬ, ਡਿਫੈਕਟ ਤੇ ਹੈ ਸਿਸਟਮ 'ਚ ਕਿਤੇ ਨਾ ਕਿਤੇ। ਦੇਖੋ ਜਿਹੜੇ ਬ੍ਰਿਜਿੰਗ ਪ੍ਰੋਗਰਾਮ ਵੀ ਆ ਨਾ, ਉਹ ਵੀ ਇੰਨੇ ਕੰਪਲਿਕੇਟਡ ਆ। ਤੁਸੀਂ ਇੱਕ ਡਾਕਟਰ ਦੀ ਗੱਲ ਕਰ ਰਹੇ ਹੋ, ਮੇਰੇ ਕੋਲ ਮੇਰੇ ਘਰ 4.5 ਸਾਲ ਇੱਕ ਡਾਕਟਰ ਰਹਿ ਕੇ ਗਿਆ, ਜਿਹੜਾ ਉੱਥੇ ਦਾ ਟੌਪਰ ਮੁੰਡਾ ਸੀ, ਜਿਹਨੂੰ ਸਟਾਈਫਨ ਦੇ ਉੱਤੇ ਸਰਕਾਰ ਨੇ ਪੜਾਇਆ ਔਰ ਉਹਨੇ ਮੈਡੀਕਲ ਕਾਲਜ ਤੋਂ ਟੌਪ ਕੀਤਾ, ਔਰ ਉਹ ਅੱਜ ਵੀ ਸਿਕਿਉਰਿਟੀ ਕਰ ਰਿਹਾ। ਪਿਛਲੇ 10 ਸਾਲਾਂ ਤੋਂ ਇੱਥੇ ਹੈ ਤੇ ਉਹ ਸਿਕਿਉਰਿਟੀ ਜੌਬ ਤੋਂ ਬਾਹਰ ਨਿਕਲ ਹੀ ਨਹੀਂ ਸਕਿਆ। ਉਹਦੀ ਵਾਈਫ ਉੱਥੇ ਇੰਗਲਿਸ਼ ਪੜ੍ਹਾਉਂਦੀ ਸੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਟੀਚਰ, ਪਰ ਉਹ ਜਿਹੜਾ ਲੰਚ ਸੁਪਰਵਾਈਜ਼ਰ ਹੁੰਦਾ ਉਹ ਤੋਂ ਅੱਗੇ ਨਹੀਂ ਜਾ ਸਕੀ। ਯਾਨੀ ਕਿ ਕੰਪਲਿਕੇਸ਼ਨ ਬਹੁਤ ਨੇ ਬ੍ਰਿਜਿੰਗ ਦੇ ਵਿੱਚ ਵੀ, ਕਿ ਬ੍ਰਿਜਿੰਗ ਪ੍ਰੋਗਰਾਮ ਬਣਾਤੇ ਜੀ ਕਰ ਲਓ। ਇੱਕ ਪਾਸੇ ਤੇ ਬੰਦੇ ਨੇ ਘਰ ਚਲਾਉਣਾ ਹੁੰਦਾ, ਤੇ ਦੂਜੇ ਪਾਸੇ ਬ੍ਰਿਜਿੰਗ ਪ੍ਰੋਗਰਾਮ ਇਹੋ ਜਿਹਾ ਵੀ ਉਹਦੀਆਂ ਫੀਸਾਂ ਭਰੋ, ਉਹਦੀ ਲਾਇਸੈਂਸਿੰਗ ਫੀਸ ਭਰੋ, ਫਿਰ ਤੁਸੀਂ ਉਹਦੀ ਪੜ੍ਹਾਈ ਲਈ ਸਮਾਂ ਕੱਢੋ। ਬਹੁਤ ਘੱਟ ਲੋਕ ਆ ਜਿਹੜੇ ਇਦਾਂ ਕਰ ਪਾਉਂਦੇ ਆ। ਬਹੁਤੇ ਲੋਕ ਜਿਹੜੇ ਆ ਉਹ ਫਿਰ ਉਸੇ ਹੀ ਚੱਕੀ 'ਚ ਪਿਸ ਜਾਂਦੇ ਆ ਜਿਸ 'ਚ ਇੱਥੇ ਸਿਸਟਮ ਜਿਹੜਾ ਉਹਨੂੰ ਲੈ ਕੇ ਜਾਣਾ ਚਾਹੁੰਦਾ ਹੈ। ਮੈਂ ਆਇਆ ਕਿ ਮੈਂ ਤਾਂ ਅਸਲ ਦੇ ਵਿੱਚ ਇੱਦਾਂ ਕਿ ਤੁਹਾਡੀ ਮਦਦ ਨਾਲ ਮੈਂ ਸੋਚਦਾ ਕਿ ਇਹਨੂੰ ਇੱਕ ਹਾਈ ਲੈਵਲ ਦੇ ਉੱਤੇ ਲਿਆ ਜਾਏ, ਤਾਂ ਕਿ ਜਿਹੜੇ ਇੱਥੇ ਬੱਚੇ ਕੁਆਲੀਫਾਈਡ ਟ੍ਰੇਨਡ ਆ, ਬੇਸ਼ੱਕ ਕੋਈ ਟੈਕਨੋਲੋਜੀ 'ਚ ਆ ਜਾਂ ਮੈਡੀਕਲ ਸਾਇੰਸ ਦੇ ਵਿੱਚ ਆ, ਉਹਨਾਂ ਨੂੰ ਯੂਜ਼ਫੁਲ ਤਰੀਕੇ ਨਾਲ ਅਪਲਾਈ ਕੀਤਾ ਜਾਏ, ਔਰ ਉਸ ਇੰਪਲੋਇਮੈਂਟ ਦੇ ਵਿੱਚ ਉਹ ਗਵਰਨਮੈਂਟ ਲਈ ਵੀ ਅੱਛੇ ਸਾਬਤ ਹੋਣ, ਤਾਂ ਸਾਨੂੰ ਫੈਸਿਲਿਟੀਜ਼ ਜਿਹੜੀਆਂ ਉਹ ਪ੍ਰੋਪਰ ਤਰੀਕੇ ਨਾਲ ਮਿਲਦੇ ਜਾਣ। ਥੈਂਕ ਯੂ ਜੀ। ਹਾਂ ਅੱਛਾ ਡਾਕਟਰ ਸਾਹਿਬ, ਮੈਨੂੰ ਥੋੜ੍ਹਾ ਜਿਹਾ ਇਹ ਦੱਸੋ, ਆਪਾਂ ਆਫ ਦੀ ਏਅਰ ਗੱਲ ਕਰ ਰਹੇ ਸੀ, ਜਿਹੜੇ ਸਾਡੇ ਰਿਲੀਜਨ ਨੇ, ਖਾਸ ਕਰਕੇ ਇਸ ਮੁਲਕ ਦਾ ਵੱਡਾ ਧਰਮ ਕ੍ਰਿਸਚੈਨਿਟੀ ਆ, ਜਿਹਦੇ ਨਾਲ ਤੁਸੀਂ ਵੀ ਜਿਹਦੇ ਲੀਡਰ ਹੋ, ਆਗੂ ਹੋ। ਜਿਹੜੇ ਰਿਲੀਜਨ ਆ ਉਹਦਾ ਕੀ ਰੋਲ ਹੋਣਾ ਚਾਹੀਦਾ? ਮੈਂ ਸਿਵਲ ਸੁਸਾਇਟੀ ਦਾ ਤੁਹਾਨੂੰ ਪੁੱਛਿਆ ਪਹਿਲਾਂ। ਹੁਣ ਜਿਹੜਾ ਰਿਲੀਜਨ ਹੈ, ਰਿਲੀਜਨ ਨੂੰ ਆਪਾਂ ਮਨਫੀ ਨਹੀਂ ਕਰ ਸਕਦੇ, ਭਾਵੇਂ ਜੋ ਮਰਜ਼ੀ ਅਸੀਂ ਕਹੀ ਅੱਜ ਦੇ ਵਿਚਾਰ ਜੀ 38% ਲੋਕ ਧਰਮ ਨੂੰ ਨਹੀਂ ਮੰਨਦੇ, ਇੰਨੇ ਇਹ ਨਹੀਂ ਕਰਦੇ, ਪਰ ਸੁਸਾਇਟੀ 'ਚੋਂ ਜਾਂ ਕਿਸੇ ਵੀ ਕੰਟਰੀ ਦੇ ਆਮ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਵਸਿਆ ਹੋਇਆ ਧਰਮ ਦਾ ਇੱਕ ਪ੍ਰਭਾਵ ਹੈ, ਉਹਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ। ਅਤੇ ਜਿਹੜਾ ਧਰਮ ਹੈ, ਰਿਲੀਜਨ ਹੈ, ਉਹ ਕੋਈ ਸਹੀ ਸੇਧ ਦੇਣ ਨੂੰ ਹੁੰਦਾ ਮਨੁੱਖਾਂ ਨੂੰ ਵੀ ਅਤੇ ਕੰਟਰੀ ਨੂੰ ਵੀ ਅੱਗੇ ਚਲਾਉਣ ਲਈ। ਹਾਲਾਂਕਿ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਕਹੀਆਂ ਜਾਂਦੀਆਂ ਨੇ ਇਸ ਗੱਲ ਬਾਰੇ, ਜਿਵੇਂ ਪੁਰਾਤਨ ਸਮਿਆਂ ਤੋਂ ਕਹਿੰਦੇ ਜਾਂ ਕਿੰਗਡਮ ਜਿਹੜਾ ਉਹਦੀ ਹੈਲਪ ਕਰਦਾ ਰਿਹਾ ਧਰਮ, ਕ੍ਰਿਸਚੈਨਿਟੀ ਵੀ ਕਰਦੀ ਰਹੀ। ਜਿਹੜੇ ਬੜੇ ਕਰੂਅਲ ਕਿੰਗ ਸੀ ਉਹਨਾਂ ਨੂੰ ਰੱਬ ਬਣਾ ਕੇ ਬਿਠਾ ਛੱਡਿਆ। ਇਸੇ ਤਰ੍ਹਾਂ ਹੀ ਮਾਰਕਸ ਕਹਿੰਦਾ ਰਿਹਾ, ਤੁਸੀਂ ਮਾਰਕਸਿਜ਼ਮ ਬਹੁਤ ਪੜ੍ਹਿਆ ਅਤੇ ਪੜ੍ਹਾਇਆ ਸਾਡੇ ਵਰਗਿਆਂ ਨੂੰ, ਉਹ ਕਹਿੰਦਾ ਰਿਹਾ ਕਿ ਧਰਮ ਤਾਂ ਹੈ ਹੀ ਫੀਮ ਹੈ ਜੀ, ਦੇ ਛੱਡੋ ਮਾੜਾ ਜਿਹਾ ਅਤੇ ਬੰਦਾ ਸੁੱਤਾ ਰਹਿੰਦਾ, ਕਿ ਪਰ ਸੋਚਦਾ ਹੀ ਨਹੀਂ। ਤੁਸੀਂ ਮੈਨੂੰ ਇਹ ਸਮਝਾਓ ਵੀ ਰਿਲੀਜਨ ਕਿਹੋ ਜਿਹਾ ਰੋਲ ਅਦਾ ਕਰ ਸਕਦਾ ਇੱਥੇ? ਬੜਾ ਕੰਪਲੈਕਸ ਸਵਾਲ ਹੈ। ਮੈਂ ਇਹ ਕਹਾਂਗਾ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਆਪਾਂ ਰਹਿ ਰਹੇ ਹਾਂ, ਤੁਸੀਂ ਇੱਕ ਵੀ ਚੀਜ਼ ਚੁੱਕੋ ਐਸੀ ਨਹੀਂ ਜਿਹੜੀ ਇੱਥੇ ਦੇ ਧਰਮ ਨੇ ਨਹੀਂ ਬਣਾਈ। ਮਿਸਾਲ ਦੇ ਤੌਰ ਤੇ ਮੈਂ ਜ਼ਰਾ ਜਲਦੀ ਕਹਾਂਗਾ, ਆਪਣੇ ਕੋਲ ਟਾਈਮ ਥੋੜਾ ਹੋ ਜਾਂਦਾ। ਜਿਹੜੀ ਪੁਲਿਸ ਸਿਸਟਮ ਸੀ ਇੰਗਲੈਂਡ ਦੀ, ਇਹ ਦੇਰ ਵਾਜ਼ ਨੋ ਪੁਲਿਸਿੰਗ ਹੈ ਹੀ ਨਹੀਂ ਸੀ, ਤੇ ਉਹਨੂੰ ਸਾਲਵੇਸ਼ਨ ਆਰਮੀ ਆ ਜਿਹੜੇ ਜੋ ਹੁੰਦੇ ਨਾ ਕ੍ਰਿਸਮਸ ਦੇ ਟਾਈਮ ਦੇ ਵਿੱਚ ਬੈਂਡ ਵਾਜਾ ਵਜਾ ਕੇ ਥੋੜੇ ਫੰਡ ਵਗੈਰਾ ਇਕੱਠੇ ਕਰਦੇ। ਇਹ ਜੇ ਬੱਚੇ ਗਵਾਚ ਜਾਂਦੇ ਜਾਂ ਔਰਤਾਂ ਗਵਾਚ ਜਾਂਦੀਆਂ ਜਾਂ ਕਿਤੇ ਕੋਈ ਵਾਇਲੈਂਸ ਹੋ ਗਈ ਤੇ ਇਹ ਮਦਦ ਕਰਦੇ ਹੁੰਦੇ ਸੀ। ਦੇਰ ਵਾਜ਼ ਨੋ ਸਕੂਲਸ, ਚਰਚ ਨੇ ਸਕੂਲ ਕਾਇਮ ਕੀਤੇ। ਆਕਸਫੋਰਡ ਵਰਗੀਆਂ, ਕੈਂਬਰਿਜ ਵਰਗੀਆਂ ਯੂਨੀਵਰਸਿਟੀਆਂ ਚਰਚ ਨੇ ਬਣਾਈਆਂ। ਮੈਕਮਾਸਟਰ ਯੂਨੀਵਰਸਿਟੀ ਜਿਹੜੀ ਹੈਗੀ ਹੈ ਇੱਥੇ ਹੈਮਿਲਟਨ, ਇਹਦੇ ਫਾਊਂਡਰ ਤੇ ਆਪਣੀਆਂ ਜਿਹੜੀਆਂ ਇੱਥੇ ਦੀਆਂ ਯੂਨੀਵਰਸਿਟੀ, ਮਗਿਲ ਯੂਨੀਵਰਸਿਟੀ, ਇਹ ਚਰਚ ਨੇ ਬਣਾਈਆਂ।
ਚਰਚ ਨੇ ਸੋਸ਼ਲ ਸਰਵਿਸ, ਈਵਨ ਪੋਲੀਟੀਕਲ ਜਿਹੜੀਆਂ ਸੁਸਾਇਟੀਜ਼ ਆ, ਪਾਰਟੀਆਂ ਜਿਹੜੀਆਂ, ਸਾਡੇ ਕੋਲ ਵੀ NDP ਆ, ਇਹਦਾ ਫਾਊਂਡਰ ਇੱਕ ਪਾਦਰੀ ਸੀ। ਮੇਰਾ ਮਤਲਬ ਕਹਿਣ ਦਾ ਕਿ ਕੋਈ ਐਸੀ ਚੀਜ਼ ਪੱਛਮ 'ਚ ਹੈ ਨਹੀਂ ਜਿਹੜੀ ਸਿਆਸਤ ਤੋਂ ਲੈ ਕੇ ਆਰਥਿਕਤਾ ਤੱਕ ਜਿਹੜੀ ਚਰਚ ਨੇ ਨਹੀਂ ਕ੍ਰੀਏਟ ਕੀਤੀ। ਇੱਥੋਂ ਤਾਈਂ ਮੈਂ ਇੱਕ ਤੁਹਾਨੂੰ ਵਰਸ ਦਿੰਦਾ ਕਿ ਮਸੀਹ ਤੋਂ 800 ਸਾਲ ਪਹਿਲੋਂ ਇੱਕ ਨਬੀ ਹੋਇਆ ਯਸਾਇਆ। ਉਹ ਮਸੀਹ ਦੀ ਬਾਬਤ ਜਾਂ ਮਸੀਹੀਅਤ ਦੀ ਬਾਬਤ ਜਾਂ ਧਰਮ ਮਸੀਹੀਅਤ ਦੀ ਬਾਬਤ ਕਹਿੰਦਾ ਹੋਇਆ ਉਹ ਚਾਰ ਇੱਕ ਸ਼ਬਦ ਕਹਿੰਦਾ ਮੈਂ ਆਇਆ, ਮਤਲਬ ਧਰਮ ਨਹੀਂ ਕਹਿ ਲਓ ਤੁਸੀਂ, ਉਹ ਕਹਿ ਤਾਂ ਮਸੀਹ ਲਈ ਰਿਹਾ ਕਿ ਅੰਨਿਆਂ ਨੂੰ ਅੱਖਾਂ ਦੇਵਾਂ, ਗਰੀਬਾਂ ਨੂੰ ਗਰੀਬੀ ਤੋਂ ਰਿਹਾਈ ਦੇਵਾਂ, ਕੈਦੀਆਂ ਨੂੰ ਕੈਦ ਤੋਂ ਛੁਡਾਵਾਂ ਤੇ ਟੁੱਟੇ ਹੋਏ ਦਿਲਾਂ ਨੂੰ ਜੋੜਾਂ। ਇਹਦੇ ਵਿੱਚ ਮੈਂ ਕਹੂੰਗਾ ਕਿ ਸਾਰੀ ਸੋਸ਼ਲ ਲਾਈਫ, ਸਾਰੀ ਆਰਥਿਕ ਲਾਈਫ ਤੇ ਉਹਨਾਂ ਲੋਕਾਂ ਨੂੰ ਜਿਹੜੇ ਕੈਦ ਕੀਤੇ ਲੋਕਾਂ ਨੂੰ ਰਿਹਾਈ ਦੇਵਾਂ। ਪਰ ਸਵਾਲ ਤਾਂ ਇਹ ਪੈਂਦਾ ਕਿ ਓਕੇ, ਮੇਰਾ ਸਿਰ ਝੁਕਦਾ ਕਿ ਬਹੁਤ ਕੁਛ ਇਹਨਾਂ ਨੇ ਕੀਤਾ, ਪਰ ਅੱਜ ਵੀ ਬਹੁਤ ਕੁਛ ਕਰਨ ਵਾਲਾ। ਆਪਾਂ ਗੱਲ ਕਰ ਰਹੇ ਸੀ ਸੱਚ ਪਾਵਰਟੀ ਦੀ। ਪਾਵਰਟੀ ਦੀ ਜਿਹੜੀ ਗੱਲਬਾਤ ਆ, ਪਾਵਰਟੀ ਜਿਹੜੀ ਆ ਦੁਨੀਆ ਦੇ ਵਿੱਚ, ਮੈਂ ਅੱਗੇ ਥੋੜਾ ਜਿਹੀ ਮਿਸਾਲ ਵੀ ਦਿੱਤੀ ਸੀ, ਤੁਸੀਂ ਹੈਰਾਨ ਹੋਗੇ ਕਿ ਚਰਚ ਨੂੰ ਹੁਕਮ ਦਿੱਤਾ ਯਿਸੂ ਮਸੀਹ ਨੇ। ਇੱਕ ਛੋਟੀ ਜਿਹੀ ਮਿਸਾਲ ਹੈ ਕਿ ਉਹ ਇੱਕ ਪਹਾੜੀ ਦੇ ਉੱਤੇ ਸੀ ਤੇ ਉੱਥੇ 5000 ਲੋਕ ਸੀ ਭੁੱਖੇ, ਜਿਹੜੇ ਉਹਨਾਂ ਦੇ ਪਿੱਛੇ ਪਿੱਛੇ ਆਏ ਤੇ ਚੇਲੇ ਕਹਿਣ ਲੱਗੇ ਕਿ ਇਹਨਾਂ ਨੂੰ ਜਾਣ ਦਿਓ ਜੀ, ਇਹ ਤਾਂ ਭੁੱਖੇ ਮਰ ਜਾਣਗੇ ਇੱਥੇ। ਤਾਂ ਉਹ ਕਹਿੰਦੇ ਕਿ ਯੂ ਗੇਵ them, ਲਫ਼ਜ਼ ਯੂ ਨੂੰ ਸੋਚੋ, 2 ਵਾਰੀ ਕਿਹਾ। ਇਹਦਾ ਮਤਲਬ ਇਹ ਕਿ ਚਰਚ ਨੇ ਦੁਨੀਆ ਦੇ ਵਿੱਚ ਜੇ ਭੁੱਖ ਮਰੀ ਹੈਗੀ ਆ ਤੇ ਚਰਚ ਨੇ ਉਹ ਮਿਟਾਉਣੀ ਆ। ਤੇ ਚਰਚ ਇੰਨਾ ਅਮੀਰ ਹੁੰਦਿਆਂ ਹੋਇਆਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰੀਅਲ estate ਜਿਹੜਾ ਪੋਪ ਆ, ਇੰਨੀ ਉਹਨਾਂ ਕੋਲ ਜ਼ਮੀਨ ਹੈ ਕਿ ਦੁਨੀਆ ਦੇ ਇੱਕ ਇੱਕ ਸ਼ਹਿਰ 'ਚ 2-2 3-3 ਉਹਨਾਂ ਦੇ ਇੰਗਲਿਸ਼ ਮੀਡੀਅਮ ਦੇ ਵੱਡੇ ਵੱਡੇ ਸਕੂਲ। ਜੇ ਉਹਨਾਂ ਨੇ ਮਿਟਾਉਣੀ ਹੋਵੇ ਤਾਂ ਮਿਟਾ ਸਕਦੇ, ਤਾਂ ਉਹਦੇ ਲਈ ਕਦਮ ਇਹ ਚੁੱਕਣ ਦੀ ਲੋੜ ਹੈ ਕਿ ਮੁਲਕਾਂ ਨੂੰ ਇਹ ਮਨਾਉਣ ਕਿ ਦੇਖੋ ਤੁਹਾਡੇ ਲਈ ਕਿ ਕ੍ਰਾਈਮ ਆ ਜੇ ਕੋਈ ਬੰਦਾ ਭੁੱਖ ਨਾ ਮਰਦਾ, ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀ। ਅੱਜ ਵੀ ਜੇ ਯੂਕਰੇਨ ਵਰਗੇ ਮੁਲਕਾਂ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਜਾਂ ਸਾਰੀ ਜਿਹੜੀ ਅਫਰੀਕਾ ਦਾ ਮੁਲਕ, ਜਿਹੜੀ ਅਫਰੀਕਾ ਦੇ ਵਿੱਚੋਂ ਜਿਹੜੀ ਲਾਈਨ, ਪਾਵਰਟੀ ਲਾਈਨ ਲੰਘਦੀ ਆ, ਉਹ ਉਹਨਾਂ ਮੁਲਕਾਂ ਵਿੱਚ ਦੀ ਲੰਘਦੀ ਜਿਹੜੀ ਉੱਥੇ ਦੇ ਜਿਹੜੇ ਇਸਲਾਮਿਕ ਕੰਟਰੀਜ਼ ਹੈ। ਤੇ ਜੇ ਇਸਲਾਮਿਕ ਕੰਟਰੀ ਦੇ ਵਿੱਚ ਏਡੇ ਵੱਡੇ ਵੱਡੇ ਮਿਡਲ ਈਸਟ ਦੇ ਵਿੱਚ ਮਲਟੀ ਬਿਲੀਅਨਰਸ ਬੈਠੇ ਆ ਤੇ ਉਹ ਇਹਦੇ 'ਚ ਭਾਗ ਕਿਉਂ ਨਹੀਂ ਲੈਂਦੇ? ਇਸੇ ਤਰ੍ਹਾਂ ਮੈਂ ਬਾਕੀ ਮੁਲਕਾਂ ਨੂੰ ਕਹਾਂਗਾ ਕਿ ਇਹ ਜਿਹੜੀਆਂ ਭੁੱਖਮਰੀ ਦੇ ਮਸਲੇ ਤੇ ਦੁਨੀਆ ਦੇ ਉੱਤੇ ਜਿਹੜੀ ਇਹ ਬਿਮਾਰੀਆਂ ਦੇ ਮਸਲੇ ਆ, ਜਾਂ ਇਹ ਦੁਨੀਆ 'ਚ ਅਮਨ ਔਰ ਸ਼ਾਂਤੀ ਕਰਨ ਦੇ ਮਸਲੇ ਆ, ਇਹ ਗੌਰਮੈਂਟਾਂ ਨੇ ਨਹੀਂ ਕਰਨੇ। ਤੇ ਗੌਰਮੈਂਟਾਂ ਆਪਣੀ ਸਿਆਸੀ ਕੁਰਸੀ ਨੂੰ ਕਾਇਮ ਕਰਨ ਲਈ ਕੁਛ ਨਹੀਂ ਕਰਦੀਆਂ, ਇਹ ਧਰਮ ਨੇ ਕਰਨੇ। ਤੇ ਧਰਮ ਜੇ ਸਿਰਫ 4 ਦੀਵਾਰਾਂ ਦੇ ਵਿੱਚ ਅੰਦਰ ਬੈਠਾ, ਚਰਚ ਵਿੱਚ ਬੈਠਾ ਜਾਂ ਗੁਰਦੁਆਰਿਆਂ 'ਚ ਬੈਠਾ, ਮਸੀਤਾਂ 'ਚ ਜਾਂ ਮੰਦਿਰਾਂ ਦੇ ਵਿੱਚ ਬੈਠਾ, ਉੱਥੇ ਛਣਕਣੇ ਖੜਕਾ ਰਿਹਾ, ਤੇਰਾ ਮਤਲਬ ਹੈ ਧਰਮ ਕਰ ਕੁਛ ਨਹੀਂ ਰਿਹਾ। ਤੇ ਜਦੋਂ ਫਿਰ ਜੇ ਅਸੀਂ ਕਹਿੰਦੇ ਕਿ ਧਰਮ ਜਿਹੜਾ ਮਰ ਗਿਆ, ਤਾਂ ਫਿਰ ਉਹਨਾਂ ਨੇ ਤਾਂ ਮਰਿਆ ਹੀ ਹੋਇਆ। ਕਿ ਜੇ ਧਰਮ ਨੇ ਲੋਕਾਂ ਨੂੰ ਆਜ਼ਾਦ ਨਹੀਂ ਕੀਤਾ, ਧਰਮ ਨੇ ਲੋਕਾਂ ਨੂੰ ਰੋਟੀ ਨਹੀਂ ਦਿੱਤੀ, ਧਰਮ ਨੇ ਲੋਕਾਂ ਨੂੰ ਬਿਮਾਰੀ ਤੋਂ ਸ਼ਿਫਾ ਨਹੀਂ ਦਿੱਤੀ, ਤੇ ਫਿਰ ਧਰਮ ਨੇ ਕੀਤਾ। ਇਸ ਲਈ ਲੋੜ ਬਣਦੀ ਆ ਕਿ ਅੱਜ ਜਿਹੜੀ ਦੁਨੀਆ ਦੇ ਵਿੱਚ ਭੁੱਖ ਮਰੀ ਆ, ਕੈਨ ਯੂ ਇਮੈਜਨ ਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਹੁਣ ਰਾਤ ਪੈ ਗਈ ਆ ਸਮਝੋ, ਅੱਜ ਜਦੋਂ ਅਸੀਂ 7 ਵਜੇ ਪ੍ਰੋਗਰਾਮ ਕਰ ਰਹੇ ਤੇ ਅੱਜ ਉਹ ਇੰਡੀਆ ਦੇ ਅੰਦਰ ਉਹ 22 ਮਿਲੀਅਨ ਲੋਕ ਹੈ ਜਿਹੜੇ ਰਾਤ ਨੂੰ ਭੁੱਖੇ ਸੁੱਤੇ। 48% ਬੱਚੇ ਹਿੰਦੁਸਤਾਨ ਦੇ ਵਿੱਚ ਉਹ ਆ ਜਿਹੜੇ ਭੁੱਖ ਨਾਲ ਰਿਲੇਟਡ ਜਾਂ ਸੋਹਣੇ ਸਾਫ਼ ਪਾਣੀ ਨਾਲ ਰਿਲੇਟਡ ਬਿਮਾਰੀਆਂ ਦੇ ਨਾਲ ਹਰ ਸਾਲ 48% ਲੋਕ ਬੱਚੇ ਜਿਹੜੇ ਆ ਉਹ ਮਰਦੇ। ਔਰ ਸਭ ਤੋਂ ਵੱਡਾ ਮਾਲ ਨਿਊਟ੍ਰੀਸ਼ਨ ਜਿਹੜਾ ਹੈਗਾ, ਜਿਹਦੇ ਵਿੱਚ ਸੋਹਣੀ ਫੂਡ ਨਹੀਂ ਮਿਲਦੀ ਮੁਲਕ ਜਿਹੜਾ, ਉਹ ਹਿੰਦੁਸਤਾਨ ਆ। ਤੇ ਗਾਂ ਇਹਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਨਿਕਲਦੀਆਂ ਉਹ ਇਹ ਗਰੀਬੀ ਦੇ ਵਿੱਚੋਂ। ਟੀਨੇਜ ਪ੍ਰੋਸਟੀਟਿਊਸ਼ਨ, ਬੱਚਿਆਂ ਦਾ ਵੇਚਣਾ, ਕੁੜੀਆਂ ਦਾ ਵੇਚਣਾ, ਪ੍ਰੋਸਟੀਟਿਊਸ਼ਨ ਦਾ ਵਧਣਾ ਦੁਨੀਆ ਦੇ ਵਿੱਚ, ਇਹ ਉਹ ਬਿਮਾਰੀਆਂ, ਜਾਂ ਬੱਚਿਆਂ ਨੂੰ ਦਾਜ ਲੈ ਕੇ ਲੋਕਾਂ ਨੂੰ ਦੇਣਾ, ਇਹ ਸਾਰੀਆਂ ਬਿਮਾਰੀਆਂ ਸੋਸ਼ਲ ਈਵਲ ਜਿਹੜੀਆਂ, ਇਹ ਉਸ ਬਿਮਾਰੀ ਤੋਂ ਪੈਦਾ ਹੁੰਦੀਆਂ ਜਿਹੜੀਆਂ ਬਿਮਾਰੀਆਂ ਧਰਮ ਨੇ ਰਾਜ਼ੀ ਕਰਨੀਆਂ ਸੀ, ਠੀਕ ਕਰਨੀਆਂ ਸੀ, ਤੇ ਉਹ ਨਹੀਂ ਕੀਤੀ। ਮੈਂ ਮਹਿਸੂਸ ਕਰਦਾ ਕਿ ਇਹਦੇ ਲਈ ਮੈਂ ਇੱਕ ਚਰਚ ਦਾ ਲੀਡਰ ਹੁੰਦਿਆਂ ਹੋਇਆ ਮੈਂ ਮਹਿਸੂਸ ਕਰਦਾ ਕਿ ਆਈ ਫੀਲ ਗਿਲਟੀ
ਕਿ ਜਦੋਂ ਮੈਂ ਅੰਦਰ ਆਪਣੇ ਉੱਥੇ 4 ਲੈਕਚਰ ਦੇ ਕੇ ਘਰ ਆ ਜਾਣਾ, ਪ੍ਰੇਜ਼ ਦ ਲਾਰਡ, ਹੈਲੀਲੂਇਆ, ਬਹੁਤ ਸੋਹਣਾ ਹੋ ਗਿਆ ਜੀ, ਅੱਜ ਤੁਸੀਂ ਆਏ, ਮੈਂ ਵੀ ਆਇਆ ਸੀ, ਤੁਸੀਂ ਵੀ ਬਹੁਤ ਸੋਹਣੇ, ਮੈਂ ਵੀ ਬਹੁਤ ਸੋਹਣੇ, ਤੇ ਮੈਂ ਕਹਿੰਦਾ ਇਟਸ ਇਜ਼ ਅ ਸ਼ੇਮ ਫॉर ਮੀ ਜੇ ਮੈਂ ਇਹ ਕੰਮ ਹੀ ਨਹੀਂ ਕਰਦਾ ਕਿ ਮੈਂ ਇਸ ਭੁੱਖਮਰੀ ਨੂੰ, ਬਿਮਾਰੀ ਨੂੰ, ਜਾਂ ਇਹ ਸੋਸ਼ਲ ਈਵਲ ਜਿਹੜੀਆਂ ਪੈਦਾ ਹੋਈਆਂ ਉਹਨਾਂ ਦਾ ਮੈਂ ਹੱਲ ਕੀ ਲੱਭਣਾ। ਅੱਛਾ ਡਾਕਟਰ ਸਾਹਿਬ, ਠੀਕ ਆ, ਬਹੁਤਾਤ ਇੱਥੇ ਕ੍ਰਿਸਚੈਨਿਟੀ ਦੀ ਹੋਣ ਕਰਕੇ ਆਪਾਂ ਚਰਚ ਦੀ ਜ਼ਿਆਦਾ ਗੱਲ ਕਰ ਰਹੇ ਹਾਂ, ਤੁਸੀਂ ਵੀ ਚਰਚ ਨਾਲ ਰਿਲੇਟਡ ਹੋ, ਪਰ ਹੁਣ ਜਿੱਦਾਂ ਕੈਨੇਡਾ ਨੇ ਅਪਣਾ ਲਿਆ ਕਿ ਮਲਟੀ ਕਲਚਰਲ ਸੁਸਾਇਟੀ ਆ, ਬਹੁਤ ਸਾਰੇ ਧਰਮਾਂ ਦੇ ਲੋਕ ਆ, ਤੇ ਧਰਮ ਤੇ ਇੱਕ ਦੂਜੇ ਨਾਲ ਬੜੀ ਗਹਿਰੀ ਅੱਖ ਨਾਲ ਵੇਖਦੇ, ਗਹਿਰੀ ਨਹੀਂ ਮੈਂ ਕਹਿਣਾ ਚਾਹੁੰਦਾ, ਲਾਲ ਅੱਖਾਂ ਕੱਢ ਕੇ ਇੱਕ ਦੂਜੇ ਨੂੰ ਵੇਖਦੇ ਆ, ਇੱਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ। ਇਹਨਾਂ ਨੇ ਇੱਕ ਦੂਜੇ ਦੀ ਹੈਲਪ ਕੀ ਕਰਨੀ ਆ, ਆਮ ਲੋਕਾਂ ਦੀ ਹੈਲਪ ਕੀ ਕਰਨੀ ਆ, ਇਹ ਤੇ ਦੂਜੇ ਧਰਮ ਨੂੰ, ਇੱਕ ਧਰਮ ਦੂਜੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਦੇਖੋ ਇੱਕ ਵਰਸ ਹੈਗੀ ਬਾਈਬਲ ਚ, ਓਲਡ ਟੈਸਟਮੈਂਟ ਚ ਮੂਸਾ ਨੇ ਲਿਖਿਆ, ਕਹਿੰਦਾ ਜੇ ਤੇਰੇ ਮੁਲਕ ਦੇ ਵਿੱਚ ਤੇਰੇ ਗੁਲਾਮ, ਉਸ ਵੇਲੇ ਗੁਲਾਮੀ ਦਾ ਵੀ ਸਮਾਂ ਸੀ, ਜਾਂ ਤੇਰੇ ਨੌਕਰ, ਜਾਂ ਉਹ ਲੋਕ ਆ ਕੇ ਵਸ ਜਾਂਦੇ ਜਿਹੜੇ ਇਸਰਾਈਲੀ ਨਹੀਂ, ਤੇ ਉਹ ਤੈਨੂੰ ਸਰਵ ਕਰਦੇ ਆ, ਤੇ ਤੂੰ ਉਹਨਾਂ ਦੀ ਔਲਾਦ ਨੂੰ ਜਦੋਂ ਤੂੰ ਆਪਣੇ ਬੱਚਿਆਂ ਨੂੰ ਵੰਡ ਕੇ ਸਾਰੀ ਜ਼ਮੀਨ ਦਵੇਂ ਤੇ ਉਹਨਾਂ ਨੂੰ ਬਰਾਬਰ ਦਾ ਹਿੱਸਾ ਦੇ, ਤੇ ਉਹਨਾਂ ਦੀ ਹਰ ਦੁੱਖ ਤਕਲੀਫ ਦੇ ਵਿੱਚ ਰਹਿ, ਤੇ ਜੇ ਉਹ ਤੈਨੂੰ 7 ਸਾਲ ਸਰਵ ਕਰ ਚੁੱਕੇ ਤੇ ਉਹਨਾਂ ਨੂੰ ਆਜ਼ਾਦ ਕਰ। ਮੈਂ ਇਹਨੂੰ ਮਲਟੀਕਲਚਰਿਜ਼ਮ ਕਹੂੰਗਾ। ਪਰ ਜੇ ਇਸ ਮਲਟੀਕਲਚਰਿਜ਼ਮ ਨੂੰ ਅਸੀਂ ਇਹ ਦੇਖਣਾ ਕਿ ਅਸੀਂ ਇੱਥੇ ਆ ਕੇ ਜਾਂ ਇੱਥੇ ਦੇ ਲੋਕ ਜਿਹੜੇ ਆ ਉਹ ਬਾਕੀ ਦੇ ਮੁਲਕਾਂ ਤੋਂ ਨਫ਼ਰਤ ਕਰਨ, ਤੇ ਇਸ ਗੱਲ ਨੂੰ ਭੁੱਲ ਜਾਣ ਕਿ ਬਾਈਬਲ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਆਲ ਪੀਪਲ, ਸਾਰੇ ਲੋਕ ਪ੍ਰਭੂ ਨੇ ਪੈਦਾ ਕੀਤੇ, ਤੇ ਉਹਦੇ ਬੱਚੇ ਬੱਚੀਆਂ, ਤੇ ਤੂੰ ਕਿਸੇ ਤੋਂ ਨਫ਼ਰਤ ਨਾ ਕਰ। ਇਹਦਾ ਮਤਲਬ ਹੈ ਅਸੀਂ ਉਹ ਪੜ੍ਹੀ ਨਹੀਂ। ਤੇ ਜਿਹੜਾ ਮਲਟੀਕਲਚਰਿਜ਼ਮ, ਮੈਂ ਸਿਰਫ ਇਹ ਨਹੀਂ ਕਹਿੰਦਾ ਕਿ ਕ੍ਰਿਸਚਨ ਲੋਕ ਹੀ ਕਰਦੇ, ਅਸੀਂ ਵੀ ਇਹਨਾਂ ਤੋਂ ਨਫ਼ਰਤ ਕਰਦੇ, ਇਹਨਾਂ ਤੋਂ ਛੱਡ ਕੇ ਅਸੀਂ ਤਾਂ ਆਪਣੇ ਆਪ ਤੋਂ ਨਫ਼ਰਤ ਕਰੀ ਜਾਂਦੇ। ਅਸੀਂ ਤਾਂ ਆਪਣੇ ਆਪ 'ਚ ਇਸ ਕਿਸਮ ਦੇ ਵਖਰੇਵੇਂ ਪਾਏ ਹੋਏ ਆ ਕਿ ਅਸੀਂ ਇੱਕ ਦੂਜੇ ਨਾਲ ਸ਼ਾਦੀਆਂ ਨਹੀਂ ਕਰਦੇ, ਵਿਆਹ ਨਹੀਂ ਕਰਦੇ, ਤੇ ਇੱਕ ਦੂਜੇ ਨੂੰ ਭੈੜਾ ਸਮਝਦੇ, ਨੀਚ ਸਮਝਦੇ ਆ, ਤੇ ਉਹ ਦਲਿਤ ਲੋਕਾਂ ਨੂੰ ਸਮਝਦੇ ਜਿਨ੍ਹਾਂ ਤੋਂ ਅਸੀਂ ਨਫ਼ਰਤ ਕਰਦੇ ਆ। ਬਾਕੀ ਲੋਕਾਂ ਨੂੰ ਕੀ, ਅਸੀਂ ਤਾਂ ਆਪਣੇ ਆਪ ਨੂੰ ਵੀ ਨਫ਼ਰਤ ਕਰੀ ਜਾ ਰਹੇ। ਬਿਲਕੁਲ ਸਹੀ ਡਾਕਟਰ ਸਾਹਿਬ, ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਅੱਛਾ, ਹੁਣ ਦੋ ਗੱਲਾਂ ਹੋਰ ਨੇ, ਪਰ ਸਮਾਂ ਆਪਣੇ ਕੋਲ ਬਹੁਤ ਥੋੜਾ। ਇੱਕ ਤੇ ਤੁਸੀਂ ਥੋੜਾ ਜਿਹਾ ਮੈਨੂੰ ਇਸ਼ਾਰਾ ਕੀਤਾ, ਸੋਸ਼ਲ ਈਵਲ ਬਣਦੇ ਕਿੱਦਾਂ, ਜਦੋਂ ਗਰੀਬੀ ਹੁੰਦੀ ਆ ਜਾਂ ਜਸਟਿਸ ਨਹੀਂ ਹੁੰਦਾ, ਉੱਥੇ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਨਿਕਲਦੀਆਂ। ਜਿੱਦਾਂ ਅਸੀਂ ਅੱਜ ਕੱਲ੍ਹ ਇੰਡੀਆ ਦੇ ਸੰਦਰਭ 'ਚ ਵੇਖੀਏ ਤੇ ਗੈਂਗਸਟਰ ਕਲਚਰ ਬਹੁਤ ਜ਼ਿਆਦਾ ਚੱਲ ਰਿਹਾ, ਰੋਬਰੀ, ਚੇਨ ਲਾ ਕੇ ਭੱਜ ਜਾਣਾ, ਲੁੱਟਾਂ ਖੋਹਾਂ, ਇੱਥੋਂ ਤੱਕ ਕਿ ਫਿਰ ਉਹ ਤੋਂ ਫਰਸਟ੍ਰੇਸ਼ਨ ਪੈਦਾ ਹੁੰਦੀ ਆ, ਫਿਰ ਨਸ਼ਿਆਂ ਤੁਰ ਪੈਂਦੇ ਆ। ਇੱਥੇ ਵੀ ਕਾਰ ਜੈਕਿੰਗ ਦੀਆਂ ਬਹੁਤ ਪ੍ਰੋਬਲਮ ਹੋ ਰਹੀਆਂ। ਇੱਕ ਹੁਣੀ ਛੋਟੇ ਮੁੰਡਿਆਂ ਦਾ ਅੱਜ ਹੀ ਨਿਊਜ਼ ਸੀਗੀ, ਕੋਈ 18-20 ਬੱਚੇ ਜਿਹੜੇ ਉਹ ਫੜੇ ਆ, ਜਿਨ੍ਹਾਂ ਨੇ ਫਾਰਮੇਸੀ ਦੇ ਵਿੱਚ ਲੁੱਟਾਂ ਕੀਤੀਆਂ ਨੇ, ਤੇ ਜਿਨ੍ਹਾਂ ਨੇ ਕਾਰ ਜੈਕਿੰਗ ਕੀਤੀ ਆ। ਮਹਿੰਗੀ ਕਾਰ ਅੱਜ ਕੱਲ੍ਹ ਲੈਣੋਂ ਡਰਨ ਲੱਗ ਗਏ ਲੋਕ, ਬਿਹਾਰ ਵਾਲਾ ਕੰਮ ਬਣ ਗਿਆ। ਮੈਂ ਪੜ੍ਹਦਾ ਹੁੰਦਾ ਸੀ ਰੰਗਾਬਾਦ, ਤੇ ਉੱਥੇ ਬਿਹਾਰ ਵਾਲੇ ਦੱਸਦੇ ਹੁੰਦੇ ਸੀ, ਕੋਈ ਡਾਕਟਰ ਦਾ ਮੁੰਡਾ ਸੀ, ਕੋਈ ਚੰਗੇ ਭਲੇ ਘਰਾਂ ਦੇ ਮੁੰਡੇ ਸੀ, ਕਹਿੰਦੇ ਅਸੀਂ ਉੱਥੇ ਬਿਹਾਰ 'ਚ ਨਵੀਂ ਕਾਰ ਨਹੀਂ ਖਰੀਦ ਸਕਦੇ, ਖਰੀਦਣ ਦੇ ਸਮਰੱਥ ਹੁੰਦੇ ਵੀ ਸੈਕਿੰਡ ਹੈਂਡ ਗੱਡੀ ਲਿਆਉਂਦੇ ਆ। ਗੱਡੀ ਇਹਦੇ ਘਰ ਅੱਗੇ ਖੜੀ ਨਹੀਂ ਹੁੰਦੀ, ਤੇ ਰੰਗਦਾਰੀ ਵਾਲੇ ਆ ਜਾਂਦੇ ਆ, ਹਾਲਾਤ ਇੱਦਾਂ ਦੇ ਆ ਕੁਝ ਥਾਵਾਂ 'ਤੇ। ਤੇ ਆਪਣੀ ਸੁਸਾਇਟੀ ਵੀ ਉਧਰ ਨਹੀਂ ਵੱਧ ਰਹੀ। ਹੁਣ ਜੇ 16 18 ਸਾਲਾਂ ਦੇ ਬੱਚੇ ਕਾਰ ਚੈਕਿੰਗ ਕਰ ਰਹੇ ਆ, ਫਾਰਮੇਸੀ 'ਚ ਲੁੱਟਾਂ ਕਰ ਰਹੇ ਆ, ਜਿਹੜੀ ਅੱਜ ਖਬਰ ਹੈ, ਤੇ ਫਿਰ ਇਹਦਾ ਕੀ ਇਹਦਾ ਹੱਲ ਹੈ, ਤੇ ਕਿੱਧਰ ਜਾ ਰਹੀ ਹੈ ਸੁਸਾਇਟੀ? ਦੇਖੋ, ਅੱਜ ਦੇ ਧਰਮ ਨੂੰ ਗਿੱਲ ਸਾਹਿਬ ਜੀ ਪਤਾ ਕੀ ਕਿਹਾ ਜਾਂਦਾ ਕਿ ਅੱਜ ਦਾ ਧਰਮ ਕੀ ਆ? ਅੱਜ ਦਾ ਧਰਮ ਜਿਹੜਾ ਉਹਨੂੰ ਵੱਡੇ ਫਿਲਾਸਫਰ ਇਹ ਸਮਝਦੇ, ਕ੍ਰਾਈਮ, ਸੈਕਸ ਐਂਡ ਮਨੀ, ਇਹ 3 ਵੱਡਾ ਧਰਮ, 3 ਚੀਜ਼ਾਂ। ਮਿਸਾਲ ਦੇ ਤੌਰ ਤੇ ਅਸਲ ਦੇ ਵਿੱਚ ਬੇਸਿਕ ਤਾਂ ਇਹਦਾ ਗਰੀਬੀ ਆ, ਪਰ ਗਰੀਬੀ ਇਸ ਕਿਸਮ ਦੇ ਹੋ ਗਈ ਕਿ ਗੈਂਗਸਟਰ ਨੇ ਕੀ ਕੀਤਾ ਕਿ ਜੇ 20-25 ਗਰੀਬ ਮੁੰਡੇ ਆ ਉੱਥੇ ਖੜੇ, ਤੇ ਉਹਨੇ ਉਹਨਾਂ ਨੂੰ ਆਪਣੇ ਆਪ 'ਚ ਟਰੈਪ ਕਰਕੇ ਉਹਨਾਂ ਨੂੰ ਕਿਹਾ ਕਿ ਦੇਖੋ ਵੀ ਤੁਹਾਡੇ ਕੋਲ ਪੈਸਾ ਟੱਕਾ ਤਾਂ ਕੋਈ, ਆਹ ਚੱਕੋ 15 ਰੁਪਈਏ, ਆਹ ਕੰਮ ਤੁਸੀਂ ਕਰਨਾ, ਤੁਸੀਂ ਆਹ ਫੀਮ ਜਿਹੜੀ ਸਕੂਲਾਂ 'ਚ ਵੇਚਣੀ, ਤੁਸੀਂ ਆਹ ਫੀਮ ਜਿਹੜੀ ਫਲਾਣੇ ਅੱਡੇ 'ਤੇ ਪਹੁੰਚਾਉਣੀ ਹੈ। ਇਸ ਲਈ ਉਹ ਜਿਹੜਾ ਕ੍ਰਾਈਮ ਸੀਗਾ ਗਰੀਬੀ 'ਚੋਂ ਨਿਕਲ ਕੇ ਇਸ ਲੈਵਲ 'ਤੇ ਵੱਧ ਗਿਆ ਕਿ ਉਹਨਾਂ ਦੀ ਗੈਂਗਸਟਰ ਜਿਹੜੇ ਵੱਡੇ ਮਲਟੀ ਮਿਲੀਅਨਰ ਬਣੇ ਬੈਠੇ ਆ, ਉਹ ਛੋਟੇ ਬੱਚਿਆਂ ਨੂੰ ਯੂਜ਼ ਕਰਕੇ, ਇੱਥੋਂ ਤੱਕ ਕਿ ਸਾਡੇ ਸਕੂਲਾਂ ਵਿੱਚ ਵੀ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਇਸ ਕਿਸਮ ਦੀਆਂ ਡਰੱਗਸ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਵਾਉਂਦੇ ਆ, ਤੇ ਗਾਂ ਉਹਨਾਂ ਦੇ ਜ਼ਰੀਏ ਉਹਨਾਂ ਨੂੰ ਯੂਜ਼ ਕਰਦੇ ਗਾਂ ਵੇਚਣ ਲਈ।
ਇਸ ਲਈ ਇਹ ਕ੍ਰਾਈਮ ਸਾਡੇ ਮੁਲਕਾਂ ਦੇ ਵਿੱਚ ਹੀ ਨਹੀਂ ਸਿਰਫ, ਇਹ ਬਾਕੀ ਮੁਲਕਾਂ ਦੇ ਵਿੱਚ ਵੀ, ਗਰੀਬ ਮੁਲਕਾਂ ਦੇ ਵਿੱਚ ਵੀ, ਇੰਡੋਨੇਸ਼ੀਆ, ਸਿੰਗਾਪੁਰ, ਹਾਂਗਕਾਂਗ, ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੈਲ ਰਿਹਾ। ਤੇ ਸਾਡੇ ਮੁਲਕਾਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ, ਤੁਹਾਨੂੰ ਪਤਾ ਹੀ ਹੈ ਕਿ ਅੱਜ ਹੁਣ ਜ਼ਿਆਦਾ ਹੋਣੇ ਪੈਸੇ, ਕਿਸੇ ਵਕਤ ਇਹ ਸੀ ਕਿ 5000 ਰੁਪਈਆ ਦਿਓ ਤੇ ਕਿਸੇ ਕੋਲੋਂ ਵੀ, ਕਿਸੇ ਭਈਏ ਕੋਲ ਲੈ ਕੇ ਉਹਨੂੰ ਦੇ ਕੇ ਤੇ ਕਤਲ ਕਰਾ, ਤੇ ਹੁਣ ਵੀ ਇਹ ਹੋ ਰਿਹਾ, ਇਹੋ ਚੱਲਦਾ। ਇਸ ਲਈ ਸੋਸਾਇਟੀ ਇਸ ਤਰਫ ਧੱਕੀ ਜਾ ਰਹੀ ਹੈ, ਚੱਲਦੀ ਜਾ ਰਹੀ ਹੈ, ਜਿਸ ਪਾਸੇ ਜੇ ਆਰਥਿਕਤਾ ਨੂੰ ਸੁਧਾਰਿਆ ਨਾ ਜਾਏ ਤੇ ਉਹਦੇ ਵਿੱਚ ਜਿਹੜੇ ਸਾਡੇ ਲੋਕ ਜਿੰਨੇ ਵੀ ਆ, ਉਹਦੇ 'ਚ ਧਰਮ ਨੇ ਰੋਲ ਨਾ ਅਦਾ ਕੀਤਾ ਕਿ ਐਥਿਕਸ ਐਂਡ ਮੋਰਲਸ ਸਕੂਲਾਂ ਦੇ ਵਿੱਚ ਕਿਵੇਂ ਪੜ੍ਹਾਈ ਜਾਏ ਤੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਏ, ਤੇ ਵੀ ਆਰ ਹੈਡਿੰਗ ਟੂਵਰਡਸ ਅ ਬਿਗ ਡਿਜ਼ਾਸਟਰ। ਬਿਲਕੁਲ ਡਾਕਟਰ ਸਾਹਿਬ, ਤੇ ਇੱਕ ਲਾਸਟ ਮੈਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ, ਉਹ ਮੈਂ ਤੁਹਾਡੇ ਨਾਲ ਕਰ ਹੀ ਲਵਾਂ, ਸਮਾਂ ਤਾਂ ਹੈ ਨਹੀਂ, ਇੱਕ ਅੱਧਾ ਮਿੰਟ ਆਪਾਂ ਲੈ ਲੈਂਦੇ, ਬਹੁਤਾ ਲੰਬਾ ਨਹੀਂ ਕਰਦੇ। ਉਹ ਆ ਸਾਡੀਆਂ ਇੱਥੇ ਹੈਲਥ ਸਰਵਿਸ ਨੂੰ ਲੱਗਿਆ ਹੋਇਆ ਖੋਰਾ। ਮੈਨੂੰ ਕਿਤੇ ਨਾ ਕਿਤੇ ਇੱਦਾਂ ਡਾਕਟਰ ਸਾਹਿਬ ਮਹਿਸੂਸ ਹੁੰਦਾ, ਮੈਂ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋ ਇਸ ਗੱਲ ਨਾਲ ਕਿ ਨਹੀਂ, ਕਿ ਜਿਹੜਾ ਸਾਡਾ ਮੌਜੂਦਾ ਪੋਲੀਟੀਕਲ ਸਿਸਟਮ ਹੈ, ਇਹ ਸਾਨੂੰ ਉਸ ਪਾਸੇ ਧੱਕ ਰਿਹਾ ਆ, ਸਾਨੂੰ ਮਜਬੂਰ ਕਰ ਰਿਹਾ ਕਿ ਅਸੀਂ ਹੱਥ ਖੜੇ ਕਰਕੇ ਕਹੀਏ ਕਿ ਸਾਨੂੰ ਤਾਂ ਜੀ ਤੁਸੀਂ ਪ੍ਰਾਈਵੇਟ ਕਰ ਦਿਓ ਹਸਪਤਾਲ ਸਾਰੇ, ਜਿੱਦਾਂ ਹਿੰਦੁਸਤਾਨ 'ਚ ਚੱਲਦਾ, ਦੂਜੇ ਥਾਂ ਚੱਲਦਾ। ਜਿਹੜਾ ਇਹ ਸਾਡਾ ਸਭ ਤੋਂ ਬੈਸਟ ਮੰਨਿਆ ਜਾਂਦਾ ਸੀ ਦੁਨੀਆ ਦਾ ਹੈਲਥ ਸਿਸਟਮ, ਇਹਨੂੰ ਕਾਰਪੋਰੇਟ ਦੇ ਪ੍ਰੈਸ਼ਰ ਥੱਲੇ ਆ ਕੇ ਕਿਤੇ ਨਾ ਕਿਤੇ ਵਿਗਾੜਿਆ ਜਾ ਰਿਹਾ। ਤੁਹਾਡਾ ਹਸਪਤਾਲਾਂ ਨਾਲ ਬਹੁਤ ਵਾਹ ਪੈਂਦਾ, ਤੁਸੀਂ ਜਾਣਦੇ ਹੋ, ਮੈਨੂੰ ਪਤਾ, ਪੇਸ਼ੈਂਟ ਦੀ ਉਹਨੂੰ ਪ੍ਰੇਅਰ ਲਈ ਜਾਂਦੇ ਹੋ, ਉੱਥੇ ਜਾ ਕੇ ਵੇਖਦੇ ਹੋ, ਨੇੜਿਓਂ ਵੇਖਦੇ ਹੋ, ਸਾਡੇ ਨੂੰ ਜ਼ਿਆਦਾ ਸਮਝਦੇ ਹੋ। ਤੁਸੀਂ ਕਿਹਾ ਕਿ ਮਰੀਜ਼ ਵਾਪਸ ਆ, ਮੈਂ ਨੋਵਾ ਸਕੋਸ਼ੀਆ ਦੀ ਖਬਰ ਵੇਖ ਰਿਹਾ ਸੀਗਾ, ਉੱਥੇ ਇੰਨਾ ਲੰਬਾ ਪੀਰੀਅਡ ਹੋ ਗਿਆ, ਵੈਸੇ ਸਾਰੇ ਕੈਨੇਡਾ 'ਚ ਹੀ ਲੰਬਾ ਹੋ ਗਿਆ, ਕਿ ਵੇਟ ਕਰਦੇ ਕਰਦੇ ਪੇਰੈਂਟਸ ਮਰ ਰਹੇ ਆ ਹਸਪਤਾਲ ਦੇ ਵਿੱਚ, ਐਮਰਜੈਂਸੀ ਦੇ ਵਿੱਚ। ਸਾਹਿਬ ਵੀ ਕੀ ਆਪਣੇ ਬਰੈਂਪਟਨ ਹਸਪਤਾਲ ਦੇ ਵਿੱਚ 2 ਮੌਤਾਂ ਹੋਈਆਂ ਵਿਚਾਰੇ, ਉੱਥੇ ਮੈਂ ਐਮਰਜੈਂਸੀ 'ਚ ਪੈ ਮਰ ਗਿਆ। ਬਿਲਕੁਲ ਹਾਂ, ਪਰ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਸਿਸਟਮ ਹੈ ਮੌਜੂਦਾ, ਇਹ ਪਬਲਿਕ ਨੂੰ ਮਜਬੂਰ ਕਰ ਰਿਹਾ ਹੈ ਕਿ ਲੋਕ ਅੱਕ ਕੇ ਕਹਿ ਦੇਣ ਭਰਾ ਇਹਨੂੰ ਚੰਗਾ ਤੁਸੀਂ ਇਹਨੂੰ ਪ੍ਰਾਈਵੇਟ ਕਰ ਦਿਓ, ਅਸੀਂ ਸੌਖੇ ਹੋ ਜਾਾਂਗੇ, ਤੇ ਮੁੜ ਕੇ ਉਹ ਅਫੋਰਡ ਹੋਣਾ ਨਹੀਂ ਲੋਕਾਂ ਕੋਲ। ਕੀ ਤੁਹਾਨੂੰ ਲੱਗਦਾ ਨਹੀਂ ਕਿਤੇ? ਹੁਣ ਵੀ ਜਿਹੜੇ ਲੋਕ ਅਮੀਰ ਲੋਕ ਆ, ਆਪਾਂ ਦਾ ਬਹੁਤ ਡਾਊਨ ਟੂ ਦਾ ਅਰਥ ਲੋਕ ਹੈਗੇ, ਜਿਹੜੇ ਅਮੀਰ ਲੋਕ ਆ, ਉਹਨਾਂ ਦੀ ਪ੍ਰਾਈਵੇਟ ਇੰਸ਼ੋਰੈਂਸ ਹੈ, ਉਹਨਾਂ ਦੀ ਪਹਿਲੋਂ ਮਤਲਬ ਜਾਣ ਪਛਾਣ ਹੁੰਦੀ, ਤੇ ਉਹਨਾਂ ਦੀ ਪਹਿਲੋਂ ਮਤਲਬ ਦੇਖਭਾਲ ਹੁੰਦੀ ਹੈ। ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਸਾਡਾ ਤਾਂ ਇਹ ਵੀ, ਸਾਨੂੰ ਦਵਾਈ ਵੀ ਤੁਹਾਨੂੰ ਤਾਂ ਮੈਨੂੰ ਉਹ ਮਿਲਦੀ ਜਿਹੜੀ ਉਹ ਨਹੀਂ ਖਰੀਦਦੇ, ਜਿਹੜੀ ਮਹਿੰਗੀ ਦਵਾਈ ਆ ਉਹ ਸਾਨੂੰ ਲਿਖ ਕੇ ਦਿੰਦੇ, ਕਹਿੰਦੇ ਵੀ ਇਹ ਜਾ ਕੇ ਲਓ, $45 ਦੀ ਆਊਗੀ। ਮੈਨੂੰ ਇੱਕ ਦਵਾਈ ਚਾਹੀਦੀ ਸੀ, ਜਦੋਂ ਮੈਂ ਲੈਣ ਗਿਆ, ਮੈਂ ਕਿਹਾ ਮੈਂ ਨਹੀਂ ਲੈਣੀ, ਉਹ $55 ਦੀ ਸੀ। ਮੈਂ ਕਿਹਾ ਉਹ ਡਾਕਟਰ ਕੋਲ ਗਿਆ, ਮੈਂ ਕਿਹਾ ਕੋਈ 2 ਜੀ ਛੋਟੀ ਜੀ ਲਿਖ ਦੇ, ਮੈਂ ਅਫੋਰਡ ਨਹੀਂ ਕਰ ਸਕਦਾ। ਇਹ ਤੁਹਾਡੀ ਗੱਲ ਠੀਕ ਹੈ ਕਿ ਜੇ ਇੱਦਾਂ ਚੱਲਦੀ ਰਹੀ ਗੱਲ, ਤੇ ਇਹ ਸਿਲਸਿਲਾ ਜਿਹੜਾ ਆਪਣੇ ਹੱਥਾਂ 'ਚੋਂ ਬਾਹਰ ਨਿਕਲ ਜਾਣਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਕਿਸੇ ਦਿਨ ਲੰਬੀ ਗੱਲ ਕਰਾਂਗੇ, ਬਹੁਤ ਬਹੁਤ ਸ਼ੁਕਰੀਆ, ਅਗਲੀ ਵਾਰ ਇੱਥੇ ਕਰਾਂਗੇ ਗੱਲ, ਇਹ ਬਹੁਤ ਜ਼ਰੂਰੀ ਆ। ਤੇ ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੂੰਗਾ ਕਿ ਜਿਹੜੀ ਤੁਸੀਂ ਸੋਸ਼ਲ ਕਾਉਂਸਲਿੰਗ ਉੱਥੇ ਕਰਨ ਜਾਂਦੇ ਹੋ ਜਾਂ ਰਿਲੀਜੀਅਸ ਕਾਉਂਸਲਿੰਗ ਕਰਦੇ ਹੋ, ਉਹਦੇ ਕੀ ਮਤਲਬ ਨੇ, ਉਹਦਾ ਕੀ ਫਾਇਦਾ ਹੁੰਦਾ ਪੇਸ਼ੈਂਟ ਨੂੰ, ਤੇ ਉਹ ਕਿਉਂ ਕੀਤੀ ਜਾਂਦੀ ਹੈ? ਇਹ ਸਾਡੇ ਕੁਝ ਲੋਕਾਂ ਵਾਸਤੇ ਨਵੀਂ ਚੀਜ਼ ਹੋਏਗੀ, ਉਹ ਮੈਂ ਤੁਹਾਡੇ ਕੋਲ ਅਗਲੀ ਵਾਰ ਜਾਣੂਗਾ ਜੀ। ਅਗਲੇ ਹਫਤੇ ਆਪਾਂ ਕਰ ਲਾਂਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਜ਼ਿਆਦਾ।